ਸਤਿ ਸ਼੍ਰੀ ਅਕਾਲ। ਐਸਐਸਐਨ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਸ਼ੀਤਲ, ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਗੁਰਪ੍ਰੀਤ ਸੰਧੂ। ਇਹਦੇ ਨਾਲ ਹੀ ਨਾਲ ਵਿਸ਼ੇ ਨਾਲ ਜੁੜੇ ਨੇ ਕੁਝ ਖਾਸ ਮਹਿਮਾਨ ਸਾਡੇ ਨਾਲ। ਆਮ ਆਦਮੀ ਪਾਰਟੀ ਤੋਂ ਤਰਨਪਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਨਾਲ ਐਡਵੋਕੇਟ ਮੋਹਿਤ ਭਾਰਦਵਾਜ ਜੋ ਕਿ ਸਟੇਟ ਜਨਰਲ ਸੈਕਟਰੀ ਨੇ ਬੀਜੇਪੀ ਐਸਸੀ ਮੋਰਚੇ ਤੋਂ, ਉਹ ਵੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਲਾਈਵ ਇਸ ਮੰਚ ਦੇ ਜ਼ਰੀਏ ਸਾਡੇ ਨਾਲ ਮਹਿਮਾਨ ਜੁੜੇ ਨੇ, ਦਰਸ਼ਕ ਜੁੜੇ ਹੋਏ ਨੇ। ਵਿਸ਼ਾ ਹੈ ਦੇਸ਼ ਦੇ ਵਿੱਚ ਲੋਕਤੰਤਰ ਕਿੰਨਾ ਕੁ ਮਜ਼ਬੂਤ ਹੈ ਜਾਂ ਕਿੰਨਾ ਕੁ ਖਤਰੇ ਦੇ ਵਿੱਚ ਹੈ। ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸੱਤਾ ਦੇ ਵਿੱਚ ਮੋਦੀ ਸਰਕਾਰ, ਬੀਜੇਪੀ ਸਰਕਾਰ, ਵਿਰੋਧੀ ਦੇ ਵਿੱਚ ਕਾਂਗਰਸ, ਉਸਦਾ ਕੀ ਵਕਾਰ ਹੈ? ਅੱਜ ਕਾਂਗਰਸ ਕਿੱਥੇ ਖੜੀ ਹੈ ਜਾਂ ਕਾਂਗਰਸ ਅਗਰ ਪਿੱਛੇ ਜਾ ਰਹੀ ਹੈ ਤੇ ਕੀ ਕਾਰਨ ਨੇ? ਅਗਰ ਅੱਗੇ ਆਉਣਾ ਹੈ ਤਾਂ ਉਹਨੂੰ ਕੀ ਕੁਝ ਕਰਨਾ ਪਏਗਾ? ਇਸ ਤੋਂ ਇਲਾਵਾ ਤੀਸਰੀ ਪਾਰਟੀ ਜਿਹੜੀ ਕਿ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿੰਨਾ ਕੁ ਮਜ਼ਬੂਤ ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ? ਕੀ ਐਜ਼ ਅ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਵੱਖ-ਵੱਖ ਮਾਹਰ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਜਿਹੜੇ ਕਿ ਸਾਡੇ ਨਾਲ ਮਾਹਿਰ ਮਹਿਮਾਨ ਜੁੜੇ ਨੇ, ਐਡਵੋਕੇਟ ਮੋਹਿਤ ਭਾਰਦਵਾਜ ਜੀ। ਮੋਦੀ ਸਰਕਾਰ ਸੱਤਾ ਦੇ ਵਿੱਚ ਹੈ, ਲੋਕ ਆਲੋਚਨਾ ਕਰਦੇ ਨੇ, ਨਵੀਆਂ ਸਕੀਮਾਂ ਮੋਦੀ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਨੇ, ਵਿਰੋਧੀ ਪਾਰਟੀਆਂ ਆਲੋਚਨਾ ਕਰਦੀਆਂ ਨੇ। ਕੀ ਖੂਬੀਆਂ ਨੇ ਮੋਦੀ ਸਰਕਾਰ ਦੀਆਂ ਜਿਸ ਕਾਰਨ ਤੁਹਾਨੂੰ ਲੱਗਦਾ ਹੈ ਕਿ 2024 ਦੇ ਵਿੱਚ ਵੀ ਜਿਹੜੀ ਹੈ ਬੀਜੇਪੀ ਫਿਰ ਤੋਂ ਆਪਣਾ ਝੰਡਾ ਲਹਿਰਾ ਸਕਦੀ ਹੈ? ਐਸਾ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਔਰ ਸਾਡੇ ਨਿਊਜ਼ ਐਂਕਰ ਆਪ ਸਭ ਦਾ ਧੰਨਵਾਦ ਕਿ ਤੁਸੀਂ ਮੈਨੂੰ ਇਸ ਮੰਚ ਤੇ ਬੋਲਣ ਦਾ ਮੌਕਾ ਦਿੱਤਾ ਹੈ। ਐਸਾ ਹੈ ਕਿ ਤੁਸੀਂ ਸਵਾਲ ਕੀਤਾ ਹੈ ਕਿ ਮੋਦੀ ਸਰਕਾਰ ਕਿਹਨਾਂ ਗੱਲਾਂ ਨੂੰ ਲੈ ਕਰਕੇ, ਕਿਹਨਾਂ ਉਪਲਬਧੀਆਂ ਨੂੰ ਲੈ ਕਰਕੇ 2024 ਦੇ ਵਿੱਚ ਰਿਪੀਟ ਕਰੇਗੀ। तो मेरा मानना है कि भारतीय जनता पार्टी ਦੀ ਜੋ ਕੇਂਦਰ ਦੀ ਸਰਕਾਰ ਦੀ ਜੋ ਨੀਤੀ ਹੈ, ਪ੍ਰੋਮਿਸ ਦੇ ਆਧਾਰ ਦੇ ਉੱਤੇ ਚੁਣਾਵ ਲੜਦੇ ਨੇ ਔਰ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਵਾਪਸ ਆਉਂਦੇ ਨੇ। ਅਸੀਂ 2014 ਦੇ ਵਿੱਚ ਪਹਿਲੀ ਵਾਰ ਚੁਣਾਵ ਜਿੱਤਿਆ, ਫੁੱਲ ਫਲੈਜ ਜਦੋਂ ਅਸੀਂ ਯੂਪੀਏ ਤੋਂ ਬਾਅਦ ਐਨਡੀਏ ਤੋਂ ਬਾਅਦ ਫੁੱਲ ਫਲੈਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ 2019 ਦੇ ਵਿੱਚ ਅਸੀਂ ਰਿਪੀਟ ਕੀਤਾ। ਉਹਦਾ ਕਾਰਨ ਹੈ ਕਿ ਇਸ ਦੇਸ਼ ਭਰ ਦੇ ਵਿੱਚ ਜੋ ਲੋਕ ਪੱਖੀ ਨੀਤੀਆਂ ਨੇ ਉਹ ਗਰਾਊਂਡ ਲੈਵਲ ਦੇ ਉੱਤੇ ਲਾਗੂ ਹੋਈਆਂ ਨੇ। ਅਗਰ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰੀਏ, ਅਸੀਂ ਉਜਵਲਾ ਯੋਜਨਾ ਦੀ ਗੱਲ ਕਰੀਏ, ਅਸੀਂ ਜਨਧਨ ਯੋਜਨਾ ਦੀ ਗੱਲ ਕਰੀਏ, ਤਾਂ ਐਸੀਆਂ ਬਹੁਤ ਸਾਰੀਆਂ ਯੋਜਨਾਵਾਂ ਦੇ ਜਿਨ੍ਹਾਂ ਦਾ ਗਰਾਊਂਡ ਸਤਰ ਤੇ ਆਮ ਲੋਕਾਂ ਨੂੰ ਲਾਭ ਮਿਲਿਆ ਹੈ ਔਰ ਇਸੇ ਕਰਕੇ ਕੇਂਦਰ ਦੇ ਵਿੱਚ 2019 ਦੇ ਵਿੱਚ ਅਸੀਂ ਰਿਪੀਟ ਕੀਤੇ ਔਰ 2024 ਦੇ ਵਿੱਚ ਇਸ ਤੋਂ ਵੀ ਵੱਧ ਬਹੁਮਤ ਦੇ ਨਾਲ, ਜਿਵੇਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਟੀਚਾ ਦਿੱਤਾ ਸੀ 2014 ਦੇ ਵਿੱਚ ਸਾਡਾ ਲਕਸ਼ਯ ਸੀਗਾ 272 ਪਲੱਸ ਔਰ ਅਸੀਂ 300 ਪਲੱਸ ਤੇ ਗਏ ਔਰ 2019 ਦੇ ਵਿੱਚ ਸਾਨੂੰ ਲਕਸ਼ਯ ਮਿਲਿਆ 300 ਪਲੱਸ ਔਰ ਅਸੀਂ 300 ਪਲੱਸ ਤੇ ਗਏ। ਇਸ ਵਾਰ ਸਾਡਾ ਜੋ ਲਕਸ਼ਯ ਹੈ ਉਹ ਹੈ 400 ਪਲੱਸ। ਤਾਂ ਮੈਨੂੰ ਲੱਗਦਾ ਹੈ ਸਾਡੀਆਂ ਨੀਤੀਆਂ ਔਰ ਲੋਕਾਂ ਦਾ ਸਾਨੂੰ ਜੋ ਮਿਲ ਰਿਹਾ ਜਨ ਸਮਰਥਨ ਹੈ, ਉਹਦੇ ਚਲਦੇ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਆਪਣਾ ਲਕਸ਼ਯ ਹਾਸਿਲ ਕਰਾਂਗੇ ਜੀ। ਮੋਹਿਤ ਭਾਰਦਵਾਜ ਜੀ, ਪਰ ਜੇਕਰ ਆਮ ਜਨਤਾ ਦੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੇ ਲੋਕ ਜਿਹੜੇ ਕਿ ਬੀਜੇਪੀ ਦੇ ਨਾਲ ਨਹੀਂ ਜੁੜੇ, ਜਾਂ ਆਮ ਆਪਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਕਿ ਵੋਟ ਬੈਂਕ ਹੁੰਦੀ ਹੈ, ਨੋਟਬੰਦੀ ਹੋਈ, ਖੜੇ ਪੈਰ ਕੋਵਿਡ ਦੇ ਦੌਰਾਨ ਜਿਹੜਾ ਦੇਸ਼ ਦੇ ਵਿੱਚ ਲੋਕਡਾਊਨ 4 ਘੰਟਿਆਂ ਦੇ ਸਮਾਂ ਜਿਹੜਾ ਦੇ ਕੇ ਐਲਾਨ ਕੀਤਾ ਗਿਆ, ਬਹੁਤ ਸਾਰੇ ਲੋਕ ਸੜਕਾਂ ਦੇ ਉੱਤੇ ਰੁਲੇ ਉਸ ਟਾਈਮ ਦੇ ਉੱਤੇ। ਬਹੁਤ ਸਾਰੇ ਲੋਕ ਜਿਹੜੇ ਯਾਤਰੀ ਸਨ, ਗੱਡੀਆਂ ਬੱਸਾਂ ਦੇ ਵਿੱਚ ਫਸੇ, ਪਿੰਡਾਂ ਤੱਕ ਜਾਣ ਨੂੰ ਸਮਾਂ ਨਹੀਂ ਸੀ। ਸੋ ਮੋਦੀ ਸਰਕਾਰ ਦੀ ਵੇਲੇ ਤੱਕੜੀ ਜਿਹੜੀ ਮੈਂ ਕਹੂੰਗੀ ਕਿ ਆਲੋਚਨਾ ਹੋਈ ਸੀਗੀ। ਤੁਹਾਨੂੰ ਨਹੀਂ ਲੱਗਦਾ ਸੀਗਾ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਝ ਸਮਾਂ ਪਹਿਲਾਂ ਲੋਕਡਾਊਨ ਦਾ ਐਲਾਨ ਕਰਨਾ ਚਾਹੀਦਾ ਸੀ ਜਾਂ ਕੁਝ ਸਮਾਂ ਮੁਲਕ ਨੂੰ ਦੇਣਾ ਚਾਹੀਦਾ ਸੀ? 4 ਘੰਟੇ ਦੇ ਵਿੱਚ ਮਹਿਜ਼ ਲੋਕਡਾਊਨ ਦੇ ਦੇਣਾ ਔਰ ਇੱਕਦਮ ਹੀ ਨੋਟਬੰਦੀ ਦਾ ਖੜੇ ਪੈਰ ਐਲਾਨ ਕਰ ਦੇਣਾ, ਇਸ ਤਰੀਕੇ ਦੇ ਨਾਲ ਇੱਕ ਹੜਕੰਪ ਜਿਹੜਾ ਦੇਸ਼ ਦੇ ਵਿੱਚ ਮਚਦਾ ਹੈ। ਐਸੇ ਤੁਹਾਡੇ ਦੋ ਬੜੇ ਇੰਪੋਰਟੈਂਟ ਵਿਸ਼ੇ ਇਸ ਸਵਾਲ ਦੇ ਵਿੱਚ ਆਏ ਆ। ਪਹਿਲਾ ਤੁਹਾਡਾ ਨੋਟਬੰਦੀ ਮੈਂ ਧਿਆਨ ਚ ਲਿਆ ਦਿਆਂ ਕਿ ਪਿਛਲੀ ਜੋ ਸਰਕਾਰ ਸੀ 2014 ਤੋਂ 19 ਉਹਦੇ ਟੈਨਿਓਰ ਦੇ ਵਿੱਚ ਨੋਟਬੰਦੀ ਲਾਗੂ ਹੋਇਆ। ਉਹਦਾ ਵਿਰੋਧ ਮਾਤਰ ਔਰ ਮਾਤਰ ਵਿਰੋਧੀ ਪਾਰਟੀਆਂ ਨੇ ਕੀਤਾ, ਵਿਰੋਧੀ ਧਿਰਾਂ ਨੇ ਕੀਤਾ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੇ ਵਾਸਤੇ। ਅਗਰ ਆਮ ਜਨਤਾ ਉਹਦਾ ਵਿਰੋਧ ਕਰਦੀ, ਆਮ ਜਨਤਾ ਨੇ ਉਹਦਾ ਵਿਰੋਧ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਵੱਧ ਮਾਰਜਨ ਦੇ ਨਾਲ 2019 ਰਿਪੀਟ ਨਾ ਕਰਦੇ। ਤਾਂ ਉਹ ਵਿਸ਼ੇ ਤਾਂ ਉੱਥੇ ਹੀ ਖਤਮ ਹੋ ਗਿਆ ਕਿ ਆਮ ਜਨਤਾ ਜੋ ਹੈ ਨੋਟਬੰਦੀ ਦਾ ਸਮਰਥਨ ਦੇ ਵਿੱਚ ਸੀ ਔਰ ਕੇਂਦਰ ਦੀਆਂ ਨੀਤੀਆਂ ਦਾ ਸਮਰਥਨ ਹੋਇਆ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਕੋਵਿਡ ਦੀ। ਦੇਖੋ, ਕੋਵਿਡ ਦੇ ਹਾਲਾਤ ਨਾ ਸਿਰਫ ਇੰਡੀਆ ਦੇ ਵਿੱਚ, ਵਰਲਡ ਵਾਈਡ ਇੱਕ ਬਹੁਤ ਵੱਡਾ ਡਿਜ਼ਾਸਟਰ ਆਇਆ। ਉਹਦੇ ਨਾਲ ਨਜਿੱਠਣ ਦੇ ਲਈ ਮੋਦੀ ਸਰਕਾਰ ਦਾ ਇੱਕ ਬਹੁਤ ਵੱਡਾ, ਤੁਸੀਂ ਉਹਨੂੰ ਫੇਲੀਅਰ ਦੇ ਨਾਤੇ ਦੇਖ ਰਹੇ ਹੋ, ਬਟ ਮੇਰਾ ਮੰਨਣਾ ਹੈ ਕਿ 140 ਕਰੋੜ ਦੇ ਮੁਲਕ ਨੂੰ ਫ੍ਰੀ ਆਫ ਕੋਸਟ ਅਸੀਂ ਕਰੋਨਾ ਵੈਕਸੀਨੇਸ਼ਨ ਦਿੱਤੀ ਹੈ। ਉਸ ਤੋਂ ਬਾਅਦ ਕਈ ਹੋਰ ਫੈਸਿਲਿਟੀਜ਼ ਦਾ ਅਸੀਂ ਪ੍ਰਬੰਧ ਕੀਤਾ ਹੈ। ਇਹ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ 140 ਕਰੋੜ ਦੇ ਮੁਲਕ ਨੂੰ ਫ੍ਰੀ ਆਫ ਕੋਸਟ ਅਸੀਂ ਕੋਰੋਨਾ ਵੈਕਸੀਨ ਦੇ ਦਈਏ। ਪਹਿਲਾਂ ਵਿਰੋਧੀ ਸਵਾਲ ਚੁੱਕ ਰਹੇ ਸੀਗੇ ਕਿ ਅਸੀਂ ਇਸ ਵੈਕਸੀਨ ਦੇ ਉੱਤੇ ਵੈਕਸੀਨ ਨਾ ਲਗਵਾਓ। ਕਈ ਬੜੇ ਲੀਡਰਾਂ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਸਮਾਜਵਾਦੀ ਪਾਰਟੀ ਦੇ ਨੇ,
ਮੈਨੂੰ ਤੇ ਹਾਸਾ ਆਉਂਦਾ ਨੇ ਸਟੇਟਮੈਂਟ ਸੁਣ ਕੇ ਕਿ ਇਹ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ, ਇਹ ਮੋਦੀ ਦੀ ਵੈਕਸੀਨ ਹੈ। ਉਸ ਤੋਂ ਬਾਅਦ ਉਹੀ ਸਵਾਲ ਚੁੱਕ ਰਹੇ ਨੇ ਕਿ ਵੈਕਸੀਨ ਕਦੋਂ ਆਏਗੀ। ਜਦੋਂ ਵੈਕਸੀਨ ਬਣ ਗਈ ਫਿਰ ਪੁੱਛ ਰਹੇ ਨੇ ਵੈਕਸੀਨ ਕਦੋਂ ਲੱਗੇਗੀ। ਵੈਕਸੀਨ ਲੱਗ ਗਈ, ਉਸ ਤੋਂ ਬਾਅਦ ਵੀ ਉਹ ਲੋਕ ਸ਼ਾਂਤ ਨਹੀਂ ਹੋਏ। ਤਾਂ ਵਿਰੋਧੀਆਂ ਨੇ ਵਿਰੋਧ ਕਰਨਾ ਹੈ। ਮਾਨनीय ਪ੍ਰਧਾਨ ਮੰਤਰੀ ਜੀ ਨੇ, ਉਹਨਾਂ ਦੀ ਕੇਂਦਰ ਦੀ ਸਰਕਾਰ ਨੇ ਨਿਸਵਾਰਥ ਭਾਵ ਦੇ ਨਾਲ ਦੇਸ਼ ਦੀ ਸੇਵਾ ਕਰਨੀ ਹੈ ਔਰ ਉਹ ਲਗਾਤਾਰ ਕਰ ਰਹੇ ਨੇ। ਜੀ, ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਆਗੂ ਜੁੜੇ ਹੋਏ ਨੇ। ਤਰਨਪਾਲ ਜੀ, ਤੁਹਾਡਾ ਵੀ ਸਵਾਗਤ ਹੈ। ਔਰ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਤੇ ਹੁਣ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਝੰਡਾ ਲਹਿਰਾਇਆ, ਉਮੀਦ ਜਿਹੜੀ ਹੈ, ਉਮੀਦ ਤੋਂ ਵੱਧ ਜਿਹੜੀਆਂ ਵੋਟਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਮਿਲੀਆਂ। 92 ਵਿਧਾਇਕ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਵਿੱਚ ਨੇ। ਕਿਹਾ ਜਾਂਦਾ ਹੈ ਕਿ ਪੰਜਾਬ ਦੀ ਸਰਕਾਰ ਕੇਜਰੀਵਾਲ ਦੇ ਰਿਮੋਟ ਤੇ ਚੱਲਦੀ ਹੈ, ਕਿਉਂ ਕਿਹਾ ਜਾਂਦਾ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੀਡੀਆ ਹਾਊਸ ਤੁਹਾਡੇ ਦਾ, ਤੁਹਾਡੇ ਦਰਸ਼ਕਾਂ ਦਾ, ਜਿਨ੍ਹਾਂ ਨੇ ਰੂਬਰੂ ਹੋਣ ਦਾ ਮੌਕਾ ਦਿੱਤਾ। ਨਾਲ ਦੀ ਨਾਲ ਮੈਂ ਸਲੂਟ ਕਰਦਾ ਮੋਹਿਤ ਭਾਰਦਵਾਜ ਜੀ ਦੀ ਪੋਜ਼ਿਟਿਵ ਸੋਚ ਨੂੰ। ਪੰਜਾਬ ਦੇ ਵਿੱਚ ਐਡੀ ਵੱਡੀ ਹਾਰ ਲੈਣ ਤੋਂ ਬਾਅਦ ਵੀ ਇਹਨਾਂ ਦੀ ਸੋਚ ਬਹੁਤ ਪੋਜ਼ਿਟਿਵ ਹੈ। ਚਲੋ, ਤੁਸੀਂ ਗੱਲ ਕੀਤੀ ਹੈ ਕਿ ਕੀ ਇਸ ਵੇਲੇ ਦਾ ਮਿਆਰ ਹੈ ਆਮ ਆਦਮੀ ਪਾਰਟੀ ਦਾ, ਤਾਂ ਲੋਕਾਂ ਦਾ ਜਿਹੜਾ ਹੁੰਗਾਰਾ ਮਿਲ ਗਿਆ 92 ਸੀਟਾਂ ਜਿਹੜਾ ਫਤਵਾ ਲੋਕਾਂ ਨੇ ਦਿੱਤਾ, ਉਹ ਦੱਸ ਦਿੱਤਾ ਲੋਕਾਂ ਨੇ ਕਿ ਇਸ ਵੇਲੇ ਲੋਕ ਕੀ ਚਾਹੁੰਦੇ ਨੇ। ਔਰ ਆਮ ਆਦਮੀ ਪਾਰਟੀ ਨੇ ਪਿਛਲੇ 4 ਮਹੀਨਿਆਂ ਦੇ ਵਿੱਚ ਜਿਹੜਾ ਕੰਮ ਕਰਕੇ ਦਿਖਾ ਦਿੱਤਾ, ਉਹ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਟੇਟ ਦੇ ਵਿੱਚ ਕਦੀ ਹੋਇਆ ਹੋਵੇਗਾ। ਦਿੱਲੀ ਦੇ ਮਾਡਲ ਦੇ ਉੱਤੇ ਅਸੀਂ ਇਲੈਕਸ਼ਨ ਲੜੇ ਸੀ, ਦਿੱਲੀ ਦਾ ਮਾਡਲ ਲੋਕਾਂ ਨੇ ਪਸੰਦ ਕੀਤਾ। ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸੁਧਾਰ ਹੋਇਆ, ਉਸੇ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਸੁਧਾਰ ਹੋਏਗਾ। ਨਾਲ ਦੀ ਨਾਲ ਮੈਂ ਆਪਣੇ ਵੱਡੇ ਵੀਰ ਕੋਵਿਡ ਦੇ ਸਿਲਸਿਲੇ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਕੋਵਿਡ ਵੈਕਸੀਨੇਸ਼ਨ ਜਿਹੜੀ ਦਿੱਤੀ ਹੈ 140 ਕਰੋੜ ਲੋਕਾਂ ਨੂੰ ਮੋਦੀ ਜੀ ਨੇ। ਚਲੋ, ਸਲੂਟ ਹੈ ਉਹਨਾਂ ਨੂੰ ਕਿ ਉਹਨਾਂ ਨੇ ਵੈਕਸੀਨੇਸ਼ਨ ਦਿੱਤੀ ਹੈ। ਪਰ ਮੈਂ ਥੋੜੀ ਜਿਹੀ ਜਾਣਕਾਰੀ ਇਹਨਾਂ ਦਰੁਸਤ ਕਰਦੇ ਹਾਂ ਕਿ ਵੈਕਸੀਨੇਸ਼ਨ ਫ੍ਰੀ ਆਫ ਕਾਸਟ ਹਰ ਜਗ੍ਹਾ ਨਹੀਂ ਪਹੁੰਚੀ। ਬਹੁਤ ਸਾਰੇ ਪ੍ਰਾਈਵੇਟ ਅਦਾਰੇ ਜਿਨ੍ਹਾਂ ਨੇ ਉਹਦੇ ਵਿੱਚ ਘਪਲਾ ਵੀ ਕੀਤਾ, ਕੁਝ ਸਰਕਾਰੀ ਗੈਰ ਸਰਕਾਰੀ ਲੋਕਾਂ ਨੇ ਵੀ ਉਹਦੇ ਵਿੱਚ ਘਪਲਾ ਕੀਤਾ, ਉਹਨਾਂ ਉੱਤੇ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਦੇ ਉੱਤੇ ਵੀ ਪਲੀਜ਼ ਸੰਗਿਆਨ ਜ਼ਰੂਰ ਲਿਆ ਜਾਵੇ। ਨਾਲ ਦੀ ਨਾਲ ਇਹਨਾਂ ਨੇ ਗੱਲ ਕੀਤੀ ਨੋਟਬੰਦੀ ਦੀ। ਨੋਟਬੰਦੀ ਦਾ ਫਾਇਦਾ ਇਹ ਕਹਿੰਦੇ ਨੇ ਕਿ ਸਿਰਫ ਵਿਰੋਧੀ ਪਾਰਟੀਆਂ ਨੇ ਕੀਤਾ। ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਲਾਈਨਾਂ ਦੇ ਵਿੱਚ ਲੱਗੇ ਸੀ ਉਹ ਸਿਰਫ ਵਿਰੋਧੀ ਪਾਰਟੀਆਂ ਦੇ ਸੀ, ਜਾਂ ਉਸ ਵੇਲੇ ਜਿਹੜੀਆਂ ਮੌਤਾਂ ਹੋਈਆਂ ਵਿਰੋਧੀ ਪਾਰਟੀ ਦੇ ਲੋਕਾਂ ਦੀਆਂ ਸੀ, ਜਾਂ ਜਿਹੜੇ ਲੋਕ ਉਸ ਨੋਟਬੰਦੀ ਤੋਂ ਬਾਅਦ ਆਪਣੇ ਕਾਰੋਬਾਰ ਛੱਡਣ ਨੂੰ ਮਜਬੂਰ ਹੋ ਗਏ ਕਿ ਉਹ ਸਿਰਫ ਵਿਰੋਧੀ ਪਾਰਟੀ ਦੇ ਸੀ? ਇਹਦਾ ਜਵਾਬ ਜ਼ਰੂਰ ਲੈਣਾ ਚਾਹੁੰਦਾ। ਜੀ ਬਿਲਕੁਲ ਜੀ, ਆਪਾਂ ਪਹਿਲਾਂ ਜਵਾਬ ਲੈ ਲੈਣੇ ਮੋਹਿਤ ਭਾਰਦਵਾਜ ਜੀ ਦਾ, ਫਿਰ ਉਸ ਤੋਂ ਬਾਅਦ ਜਾਣੇ ਗੁਰਪ੍ਰੀਤ ਸੰਧੂ ਵੱਲ। ਜੀ जी, ऐसा है। इन्होंने एक बड़ा इंपॉर्टेंट विषय इन्होंने चक्या है कि लोग 4 महीनों के काम तो खुश ने, और देखो खुश ने और लोग इन्हों समर्थन दे रहे हैं। अपने सवाल दे विच आप ही फस बैठे। अगर ऐसा ही समर्थन तुहानू मिल रहा है तो पंजाब के इतिहास च पहली बार होया है कि कोई सूबे की सरकार बाई इलैक्शन जो कि विदिन 3 मंथ्स होया होवे और सीएम की घरेलू जो कॉन्स्टिट्यूएंसी है ओदी होम डिस्ट्रिक्ट है उत्थे लोक सभा का चुनाव होवे और असीं हार जाइए, तो क्या इसनूं तुसीं जन समर्थन कहंदे हो? दूसरा तुसी लोकतंत्र दी गल कीती है, लोकतंत्र ਇਹਦਾ ਜਵਾਬ ਵੀ ਮੈਂ ਤੁਹਾਨੂੰ ਜ਼ਰੂਰ ਦਊਂਗਾ। ऐसा है, रिजल्ट देखो पेपरां तो बाद रिजल्ट आंदा है। ਅਸੀਂ ਜੋ ਮਰਜ਼ੀ ਕਹਿੰਦੇ ਰਹੀਏ, ਹਰ ਬੱਚਾ ਕਹਿੰਦਾ ਮੈਂ ਬਹੁਤ ਤਿਆਰੀ ਕਰਦਾ, ਮੈਂ 4 ਘੰਟੇ ਪੜਦਾ, ਮੈਂ 6 ਘੰਟੇ ਪੜਦਾ, ਮੈਂ ਟਿਊਸ਼ਨ ਪੜਦਾ। ਜੋ ਰਿਪੋਰਟ ਕਾਰਡ ਹੁੰਦਾ ਹੈ ਉਹ ਅਸਲ ਉਹਦਾ ਨਤੀਜਾ ਉਹ ਦੱਸਦਾ ਹੈ ਕਿ ਉਹਦੀ ਪਰਫਾਰਮੈਂਸ ਕਿਆ ਹੈ। तो पंजाब ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਦਾ ਰਿਪੋਰਟ ਕਾਰਡ ਉਹਨਾਂ ਨੂੰ ਚੁਣਾਵਾਂ ਦੇ ਵਿੱਚ ਹਾਰ ਦੇ ਕਰਕੇ ਇਹਨਾਂ ਨੂੰ ਦੇ ਦਿੱਤਾ ਹੈ। ਇਹਨਾਂ ਨੂੰ ਮੰਨਣਾ ਚਾਹੀਦਾ ਹੈ, ਬਜਾਏ ਇੱਕੋ ਜੋ 92 ਸੀਟਾਂ ਅਸੀਂ ਮੰਨਦੇ ਆ, ਤੁਹਾਨੂੰ 92 ਸੀਟਾਂ ਆਈਆਂ ਪੰਜਾਬ ਦੇ ਵਿੱਚ। ਭਾਰਤੀ ਜਨਤਾ ਪਾਰਟੀ ਦਾ ਸੰਗਠਨ ਇੱਕ ਵੀਕ ਸੀਗਾ, ਅਸੀਂ 23 ਸੀਟਾਂ ਤੇ ਲੜਦੇ ਸੀਗੇ। ਅਸੀਂ ਹੁਣ ਸੰਗਠਨਾਤਮਕ ਦ੍ਰਿਸ਼ਟੀ ਨਾਲ ਕੰਮ ਸ਼ੁਰੂ ਕੀਤਾ ਹੈ ਪੰਜਾਬ 'ਚ। ਪਰ ਜੇ ਤੁਹਾਨੂੰ 92 ਸੀਟਾਂ ਮਿਲੀਆਂ ਤਾਂ ਲੋਕਾਂ ਨੇ ਆਉਂਦੇ ਮੂੰਹ ਤੁਹਾਨੂੰ 3 ਮਹੀਨੇ ਦੇ ਵਿੱਚ ਦਿਖਾਤਾ ਕਿ ਅਸੀਂ ਤੁਹਾਡੀ ਕਾਰਜ ਪ੍ਰਣਾਲੀ ਤੋਂ, ਤੁਹਾਡੀ ਕਾਰਜਸ਼ੈਲੀ ਤੋਂ, ਤੁਹਾਡੀ ਗਵਰਨੈਂਸ ਤੋਂ ਬਿਲਕੁਲ ਖੁਸ਼ ਨਹੀਂ ਹੈ। तो इसलिए ਤੁਹਾਨੂੰ ਮੰਥਨ ਕਰਨ ਦੀ ਲੋੜ ਹੈ, ਨਾ ਕਿ ਤੁਸੀਂ ਸੱਤਾ ਦੇ ਵਿੱਚੋਂ ਤੁਹਾਨੂੰ ਸਾਡੇ ਤੇ ਸਾਡਾ ਜਿਹੜਾ ਅੱਜ ਦਾ ਵਿਸ਼ਾ ਸਾਨੂੰ ਦੱਸਿਆ ਗਿਆ ਲੋਕਤੰਤਰ ਹੈ, ਤੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਚੀਜ਼ ਤੋਂ ਅਸੀਂ ਸੈਟੀਸਫਾਈਡ ਨਹੀਂ ਹੈ, ਲੋਕਤੰਤਰ ਦੀ ਖੂਬਸੂਰਤੀ ਇਹੀ ਹੈ। ਜਦੋਂ ਪੁਰਾਣੀਆਂ ਸਰਕਾਰਾਂ ਨੇ ਅੱਜ ਤੱਕ 70 ਸਾਲਾਂ ਦੇ ਵਿੱਚ ਕੰਮ ਨਹੀਂ ਸੀ ਕੀਤਾ ਤੇ ਉਹਨਾਂ ਨੇ ਫਤਵਾ ਦਿੱਤਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ। ਜੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਕਿਸੇ ਗਲਤੀ ਕਰਕੇ ਜਾਂ ਸਾਡੇ ਕਿਸੇ ਲੀਡਰਸ ਕਰਕੇ ਕੁਝ ਇਦਾਂ ਦਾ ਹੋ ਗਿਆ, ਤੇ ਉਹਨਾਂ ਨੇ ਫਤਵਾ ਦਿੱਤਾ ਸੀ ਸਿਮਰਨਜੀਤ ਸਿੰਘ ਮਾਨ ਨੂੰ। ਪਰ ਹੁਣ ਸਿਮਰਨਜੀਤ ਸਿੰਘ ਮਾਨ ਜੀ ਨੂੰ 1 ਮਹੀਨਾ ਵੀ ਨਹੀਂ ਹੋਇਆ ਸਹੁੰ ਚੁੱਕਿਆ ਨੂੰ, ਤੇ ਉਹਨਾਂ ਦੇ ਖਿਲਾਫ ਹੀ ਉਹਨਾਂ ਦੇ ਵਰਕਰ ਜਿਹੜੇ ਨਾਲ ਖੜੇ ਸੀ ਉਹਨਾਂ ਦੇ ਖਿਲਾਫ ਧਰਨਾ ਦੇਣ ਲੱਗ ਗਏ। ਉਹਨਾਂ ਦੀ ਸੋਚ 10 ਦਿਨਾਂ ਦੇ ਵਿੱਚ ਸਾਹਮਣੇ ਆ ਗਈ। ਸ਼ਹੀਦ ਭਗਤ ਸਿੰਘ ਜੀ ਨੂੰ ਕੀ ਕਿਹਾ ਉਹਨਾਂ ਨੇ? ਜੀ ਬਿਲਕੁਲ, ਕੁਝ ਇਸ ਤਰ੍ਹਾਂ ਦੇ ਬਿਆਨ ਆਏ 1 ਮਹੀਨੇ ਦੇ ਅੰਦਰ, ਜਿਸ ਕਾਰਨ ਉਹਨਾਂ ਦੀ ਜਿਹੜੀ ਆਲੋਚਨਾ ਹੋ ਰਹੀ ਹੈ। ਬਾਕੀ 3 ਮਹੀਨਿਆਂ ਦੇ ਅੰਦਰ ਆਮ ਆਦਮੀ ਪਾਰਟੀ, ਆਪਾਂ ਮੈਂ ਗੱਲ ਮੰਨਦੀ ਹਾਂ ਕਿ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ, ਪਰ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਕਾਰਗੁਜ਼ਾਰੀ ਰਹੀ ਜਿਸ ਕਾਰਨ ਸੰਗਰੂਰ ਦੀ ਜਿਹੜੀ ਜ਼ਿਮਨੀ ਚੋਣ ਸੀਗੀ ਉਹਦੇ ਵਿੱਚ ਉਹ ਹਾਰੇ ਨੇ। ਇਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰੂੰਗੀ, ਪਰ ਪਹਿਲਾਂ ਹੁਣ ਆਪਾਂ ਗੁਰਪ੍ਰੀਤ ਸੰਧੂ ਜੀ ਦੀ ਟਿੱਪਣੀ ਲੈ ਲਈਏ ਸਾਰੇ ਵਿਸ਼ੇ ਦੇ ਉੱਤੇ। ਸਰ ਦੇਖੋ, ਦੋਨਾਂ ਮੈਨੂੰ ਪਹਿਲੀ ਗੱਲ ਖੁਸ਼ੀ ਹੈ ਇਸ ਗੱਲ ਦੀ ਕਿ ਦੋਨੇ ਬੁਲਾਰੇ ਬੜੇ ਸੁਹਿਰਦ ਨੇ, ਬੜੇ
ਢੁਕਵੇਂ ਸ਼ਬਦਾਂ ਦੇ ਵਿੱਚ ਜਿਹੜਾ ਵਿਰੋਧ ਵੀ ਦਰਜ ਕਰਾਉਂਦੇ ਨੇ ਇੱਕ ਦੂਜੇ ਦਾ, ਔਰ ਬੜੀ ਦਿਲਚਸਪ ਜਿਹੜੀ ਵਾਰਤਾ ਚੱਲ ਰਹੀ ਹੈ। ਪਰ ਜਿਵੇਂ ਤਰਨਪਾਲ ਜੀ ਨੇ ਗੱਲ ਕੀਤੀ ਹੈ ਤੇ ਅਸੀਂ ਅੱਜ ਦਾ ਮੁੱਦਾ ਵੀ ਰੱਖਿਆ ਸੀ ਕਿ ਅਸੀਂ ਲੋਕਤੰਤਰ ਦੀ ਗੱਲ ਕਰਾਂਗੇ, ਕਿਉਂਕਿ ਅਕਸਰ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਉਹ ਇਹੀ ਖਤਰਾ ਦੱਸਿਆ ਜਾਂਦਾ ਜਦੋਂ ਦੇ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਖਾਸ ਤੌਰ ਤੇ ਕਾਂਗਰਸ ਪਾਰਟੀ ਔਰ ਨਾਲ ਖੱਬੇ ਪੱਖੀ ਧਿਰਾਂ, ਇਹਨਾਂ ਦਾ ਹਮੇਸ਼ਾ ਹਰ ਨਿੱਕੀ ਨਿੱਕੀ ਗੱਲ ਤੇ ਹੁੰਦਾ ਕਿ ਮੋਦੀ ਡਿਕਟੇਟਰ ਹੋ ਗਿਆ ਔਰ ਲੋਕਤੰਤਰ ਜਿਹੜਾ ਉਹ ਖਤਰੇ 'ਚ ਪੈ ਗਿਆ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਵਿਵਾਦਾਂ 'ਚ ਘਿਰੀ ਹੋਈ ਹੈ। ਕਾਂਗਰਸ ਪਾਰਟੀ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਮਨੀ ਲਾਂਡਰਿੰਗ ਦੇ ਕੇਸਾਂ ਦੇ ਵਿੱਚ ਈਡੀ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਦੋਂ ਵੀ ਈਡੀ ਕਿਸੇ ਕਾਂਗਰਸੀ ਉੱਤੇ ਖਾਸ ਤੌਰ ਤੇ ਕਾਰਵਾਈ ਕਰਦੀ ਹੈ ਉਸ ਵੇਲੇ ਜਿਹੜਾ ਲੋਕਤੰਤਰ ਖਤਰੇ 'ਚ ਪੈਂਦਾ ਲੱਗਦਾ, ਔਰ ਖੱਬੇ ਪੱਖੀ ਧਿਰਾਂ ਦਾ ਇਹ ਕਹਿਣਾ ਹੁੰਦਾ ਕਿ ਇੱਕ ਮਜ਼ਬੂਤ ਵਿਰੋਧੀ ਧਿਰ ਜਿਹੜੀ ਹੈ ਉਹ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਬੇਹੱਦ ਲਾਜ਼ਮੀ ਹੈ, ਤੇ ਜੇ ਕਾਂਗਰਸ ਨੂੰ ਇਸ ਤਰੀਕੇ ਨਾਲ ਰੋਲ ਦਿੱਤਾ ਜਾਊਗਾ, ਕਾਂਗਰਸ ਇਸ ਤਰ੍ਹਾਂ ਫਸ ਕੇ ਡਿੱਗ ਜਾਏਗੀ ਤੇ ਲੋਕਤੰਤਰ ਖਤਰੇ 'ਚ ਪੈ ਜਾਏਗਾ। ਮੇਰਾ ਤਾਂ ਸਵਾਲ ਇਹ ਹੈ ਸਿਰ ਦੋਸਤਾਂ ਨੂੰ, ਮੈਂ ਤਰਨਪਾਲ ਜੀ ਨੂੰ ਪੁੱਛਣਾ ਚਾਹੂੰਗਾ ਕਿ ਕੀ ਤੁਹਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੌਜੂਦਗੀ ਦੇ ਬਾਵਜੂਦ ਇੱਕ ਮਜ਼ਬੂਤ ਵਿਰੋਧੀ ਧਿਰ ਕੀ ਹੈਗੇ ਨੇ ਕੇਜਰੀਵਾਲ ਜੀ, ਜਾਂ ਤੁਹਾਨੂੰ ਲੱਗਦਾ ਕਿ ਸੱਚਮੁੱਚ ਲੋਕਤੰਤਰ ਖਤਰੇ 'ਚ ਹੈ? ਜੀ ਜਵਾਬ ਦਿਓ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਲੋਕਤੰਤਰ ਦੀ ਖੂਬਸੂਰਤੀ ਇਹੀ ਹੈ ਕਿ ਜਦ ਤੱਕ ਕੋਈ ਵਿਰੋਧੀ ਧਿਰ ਨਹੀਂ ਹੋਏਗੀ ਤਦ ਤੱਕ ਜੇਤੂ ਵੀ ਕੋਈ ਨਹੀਂ ਹੈ। ਜੇ ਵਿਰੋਧੀ ਧਿਰ ਮਜ਼ਬੂਤ ਹੈ ਤਾਂ ਕੰਮ ਕਰਨ ਲਈ ਸਰਕਾਰ ਨੂੰ ਵੀ ਆਪਣਾ ਕਦਮ ਚੁੱਕਣਾ ਪੈਂਦਾ ਹੈ। ਪਹਿਲਾਂ ਸਾਡੇ ਪੰਜਾਬ, ਮੈਂ ਜ਼ਿਆਦਾ ਦੂਰ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜੀਆਂ ਦੋ ਧਿਰਾਂ ਰਾਜ ਕਰਦੀਆਂ ਰਹੀਆਂ ਨੇ 70 ਸਾਲ, ਕਿਸ ਤਰ੍ਹਾਂ ਰਾਜ ਕਰਦੀਆਂ ਰਹੀਆਂ ਲੋਕਾਂ ਨੂੰ ਪਤਾ ਹੈ। 5 ਸਾਲ ਆਪਣੇ, 5 ਸਾਲ ਉਹਦੇ, 5 ਸਾਲ ਆਪਣੇ, 5 ਸਾਲ ਉਹਦੇ। ਜਦੋਂ ਉਹਦੀ ਸਰਕਾਰ ਆ ਜਾਂਦੀ ਹੈ, ਮੈਂ ਕੋਈ ਕਾਰਵਾਈ ਨਹੀਂ ਕਰਾਂਗਾ, ਮੇਰੀ ਸਰਕਾਰ ਆਏਗੀ ਤਾਂ ਤੁਸੀਂ ਕੋਈ ਕਾਰਵਾਈ ਨਾ ਕਰਨਾ, ਕਿਉਂਕਿ ਵਿਰੋਧੀ ਧਿਰ ਉਸ ਵੇਲੇ ਮਜ਼ਬੂਤ ਨਹੀਂ ਸੀ ਹੁੰਦਾ। ਹਾਲਾਂਕਿ ਜਿਹੜੀਆਂ ਸੀਟਾਂ ਹੁੰਦੀਆਂ ਸੀ ਉਹ ਜ਼ਿਆਦਾ ਫਰਕ ਨਹੀਂ ਸੀ ਹੁੰਦਾ, ਜ਼ਿਆਦਾ ਅੰਤਰ ਨਹੀਂ ਸੀ ਹੁੰਦਾ, 10-10, 15-15 ਸੀਟਾਂ ਦੇ ਫਰਕ ਤੇ ਸਰਕਾਰ ਬਣ ਜਾਂਦੀ ਸੀ। ਪਰ ਹੁਣ ਪਿਛਲੀ ਵਾਰ ਦੀ ਗੱਲ ਕਰਦਾ, ਪਿਛਲੇ ਟੈਨਿਓਰ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਕੋਲ 18 ਸੀਟਾਂ ਸੀ, 19 ਸੀਟਾਂ ਸੀ, ਉਦੋਂ ਕੀ ਹੋਇਆ, ਵਿਰੋਧੀ ਧਿਰ ਮਜ਼ਬੂਤ ਬਣ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖੜੀ ਹੋਈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੇ ਸੱਤਾ ਧਿਰ ਪਾਰਟੀ ਨੂੰ ਲੋਕਾਂ ਦੇ ਵਿੱਚ ਆ ਕੇ ਵਿਚਰਨਾ ਪਿਆ। ਜਿਹੜੇ ਰਾਜੇ ਆਪਣੇ ਸਿਸਵਾ ਮਹਿਲ ਚੋਂ ਨਹੀਂ ਸੀ ਨਿਕਲਦੇ, ਉਹਨਾਂ ਨੂੰ ਗਲੀਆਂ ਦੇ ਵਿੱਚ, ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ, ਐਮਸੀ ਇਲੈਕਸ਼ਨਸ ਦੇ ਵਿੱਚ ਲੋਕਾਂ ਦੇ ਨਾਲ, ਲੋਕਾਂ ਦੇ ਵਿੱਚ ਆ ਕੇ ਬੈਠਣਾ ਪਿਆ। ਇਹ ਲੋਕਤੰਤਰ ਦੀ ਖੂਬਸੂਰਤੀ ਆ। ਵਿਰੋਧੀ ਧਿਰ ਮਜ਼ਬੂਤ ਹੋਣ ਦੀ ਖੂਬਸੂਰਤੀ ਇਹੀ ਹੈ, ਜੇ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤੇ ਵਿਰੋਧੀ ਧਿਰ ਦਾ ਪੂਰਾ ਜਿਹੜਾ ਤੁਹਾਡਾ ਰੋਲ ਹੈ ਉਹ ਜ਼ਰੂਰ ਨਿਭਾਉਣਾ ਚਾਹੀਦਾ। ਜੇ ਤੁਸੀਂ ਸੱਤਾ ਦੇ ਵਿੱਚੋਂ ਤੇ ਸੱਤਾ ਦੇ ਵਿੱਚ ਵਿਰੋਧੀ ਧਿਰ ਨੂੰ ਵੀ ਸੁਣਨਾ ਚਾਹੀਦਾ, ਵਿਰੋਧੀ ਧਿਰ ਦੀ ਸੁਣ ਕੇ ਉਹਨਾਂ ਕੋਲ ਸਲਾਹਾਂ ਲੈ ਕੇ ਕੰਮ ਕਰਨਾ ਚਾਹੀਦਾ। ਜੀ ਬਿਲਕੁਲ, ਸਾਡੇ ਨਾਲ ਦੋ ਵੱਖੋ-ਵੱਖ ਪਾਰਟੀਆਂ ਦੇ ਜਿਹੜੇ ਆਗੂ ਮੌਜੂਦ ਨੇ। ਆਪਾਂ ਅਕਸਰ ਗੱਲ ਕਰਦੇ ਹਾਂ, ਦੋ ਪਾਰਟੀਆਂ ਹੁੰਦੀਆਂ ਨੇ ਹੈਨਾ, ਇੱਕ ਦੂਜੇ ਦੇ ਅਸੀਂ ਖਿਲਾਫ ਬੋਲਦੇ ਹਾਂ ਜਾਂ ਇੱਕ ਦੂਜੇ ਦੇ ਅਸੀਂ ਕਮੀਆਂ ਕੱਢਦੇ ਹਾਂ, ਪਰ ਇੱਥੇ ਜਿਹੜਾ ਮੈਂ ਤੁਹਾਨੂੰ ਅੱਜ ਸਵਾਲ ਕਰੂੰਗੀ, ਮੈਂ ਤੁਹਾਡੀਆਂ ਦੋਨੋਂ ਹੀ ਪਾਰਟੀਆਂ ਦੇ ਵਿੱਚ ਇੱਕ ਸਮਾਨ ਚੀਜ਼ ਜੋ ਦੇਖਣ ਨੂੰ ਮਿਲਦੀ ਹੈ, ਮੈਂ ਉਹਦੇ ਬਾਰੇ ਗੱਲ ਕਰੂੰਗੀ। ਚਾਹੇ ਮੋਦੀ ਸਰਕਾਰ ਹੈ ਜਾਂ ਨਰਿੰਦਰ ਮੋਦੀ ਜੀ ਦੀ ਆਪਣੀ ਪਰਸਨੈਲਿਟੀ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਜੀ ਦੀ ਪਰਸਨੈਲਿਟੀ ਹੈ, ਦੋਨਾਂ ਦੇ ਵਿੱਚ ਇੱਕ ਚੀਜ਼ ਦੀ ਸਮਾਨਤਾ ਹੈ ਜੋ ਲੋਕ ਕਹਿੰਦੇ ਨੇ। ਮੈਂ ਤੁਹਾਨੂੰ ਸਵਾਲ ਦੋਨਾਂ ਦੇ ਆਗੂਆਂ ਨੂੰ ਕਰੂੰਗੀ ਕਿ ਇਦਾਂ ਕਿਉਂ ਕਿਹਾ ਜਾਂਦਾ ਹੈ? ਮੋਦੀ ਜੀ ਨੂੰ ਵੀ ਡਿਕਟੇਟਰ ਕਿਹਾ ਜਾਂਦਾ ਹੈ ਲੋਕਾਂ ਦੇ ਵੱਲੋਂ, ਵਿਰੋਧੀ ਪਾਰਟੀਆਂ ਵੱਲੋਂ, ਔਰ ਕੇਜਰੀਵਾਲ ਜੀ ਦੀ ਪਰਸਨੈਲਿਟੀ ਨੂੰ ਵੀ ਤਾਨਾਸ਼ਾਹ ਕਿਹਾ ਜਾਂਦਾ ਹੈ। ਦੋਨਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੀ ਸਮਾਨਤਾ ਹੈਗੀ ਹੈ? ਮੈਡਮ, ਕਿਸ ਤਰ੍ਹਾਂ? ਮੈਨੂੰ ਇਹ ਛੋਟਾ ਜਿਹਾ ਮੈਂ ਸਵਾਲ ਕਰਨਾ ਚਾਹੁੰਦਾ ਤੁਹਾਡੇ ਤੋਂ। ਅਰਵਿੰਦ ਕੇਜਰੀਵਾਲ ਜੀ ਨੂੰ ਡਿਕਟੇਟਰ ਕਿਸਨੇ ਕਿਹਾ ਔਰ ਕਦੋਂ ਕਿਹਾ? ਬਹੁਤ ਵਾਰ ਪੰਜਾਬ ਦੇ ਵਿੱਚ ਬਹੁਤ ਚੰਗੇ ਆਮ ਆਦਮੀ ਪਾਰਟੀ ਦੇ ਆਗੂ ਸਨ ਜਿਨ੍ਹਾਂ ਦਾ ਬਣਦਾ ਸੀਗਾ ਕਿ ਉਹ ਅੱਗੇ ਆਉਂਦੇ, ਪਰ ਜਦੋਂ ਕੇਜਰੀਵਾਲ ਜੀ ਨੂੰ ਕਦੀ ਨਾ ਕਦੀ ਡਰ ਹੋਇਆ ਉਹਨਾਂ ਤੋਂ, ਜਿਵੇਂ ਕਿ ਸੁੱਚਾ ਸਿੰਘ ਛੋਟੇਪੁਰ ਨੇ ਜਾਂ ਹੋਰ ਵੀ ਬਹੁਤ ਨਾਮ ਨੇ। ਜੀ ਬਿਲਕੁਲ, ਜਦੋਂ ਉਹਨਾਂ ਨੂੰ ਪਤਾ ਕਿ ਇਹ ਕੁਝ ਲੀਡ ਕਰ ਸਕਦੇ, ਆਮ ਲੋਕ ਵੀ ਆਮ ਲੋਕ ਵੀ ਮਹਿਸੂਸ ਕਰਦੇ ਨੇ ਕਿ ਜਿਹੜੇ ਵਿਰੋਧੀ ਧਿਰਾਂ ਇਲਜ਼ਾਮ ਲਗਾਉਂਦੀਆਂ ਨੇ ਕਿ ਕੇਜਰੀਵਾਲ ਖੁਦ ਹੀ ਸਾਰੀ ਵਾਗਡੋਰ ਆਪਣੇ ਹੱਥ ਰੱਖਣਾ ਚਾਹੁੰਦੇ ਨੇ। ਹੁਣ ਵੀ ਜਿਹੜਾ ਰਾਘਵ ਚੱਡਾ ਦੇ ਰਾਹੀਂ ਜੋ ਕੁਝ ਕੀਤਾ ਜਾ ਰਿਹਾ, ਜੋ ਹੋ ਰਿਹਾ, ਜੋ ਏਜੀ ਨੇ ਅਸਤੀਫਾ ਦਿੱਤਾ, ਉਹਦੇ ਮੱਦੇਨਜ਼ਰ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਤੌਖਲਾ ਜਿਹਾ ਹੈ। ਅਸੀਂ ਤਾਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਕਿ ਮੋਦੀ ਜੀ ਡਿਕਟੇਟਰਸ਼ਿਪ ਕਰ ਰਹੇ ਨੇ ਜਾਂ ਅਰਵਿੰਦ ਕੇਜਰੀਵਾਲ ਨਹੀਂ ਕਰ ਰਹੇ, ਜਾਂ ਤੁਹਾਨੂੰ ਲੱਗਦਾ ਕਿ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਗੁਣ ਨੇ ਕਿ ਡਿਕਟੇਟਰਸ਼ਿਪ ਨਹੀਂ ਕਰ ਰਹੇ, ਲੋਕ ਰਾਜ ਦੀ ਰਖਵਾਲੀ ਲਈ ਅਗਰ ਦੋਨੇ ਧਿਰਾਂ ਵੀ ਰਹਿਣ, ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਔਰ ਬੀਜੇਪੀ ਰਹਿੰਦੀ ਹੈ ਨਰਿੰਦਰ ਮੋਦੀ ਦੀ ਅਗਵਾਈ ਹੇਠ, ਤਾਂ ਲੋਕਤੰਤਰ ਜਿਹੜਾ ਖਤਰੇ 'ਚ ਨਹੀਂ ਹੋਏਗਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ 9 ਸਾਲ ਤੋਂ ਜ਼ਿਆਦਾ ਹੋ ਗਏ ਨੇ ਪਾਰਟੀ ਦੀ ਸੇਵਾ ਕਰਦੇ ਆ, ਲੋਕਾਂ ਦੇ ਵਿੱਚ ਵਿਚਰਦੇ ਆ। ਮੈਨੂੰ ਨਹੀਂ ਕਦੇ ਵੀ ਲੱਗਾ ਕਿ ਕੋਈ ਡਿਕਟੇਟਰਸ਼ਿਪ ਹੈ। ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਪਾਰਟੀ ਛੱਡ ਗਏ ਨੇ, ਆਇਆ ਰਾਮ ਗਿਆ ਰਾਮ ਜਿਹੜਾ ਉਹ ਹਰ ਪਾਰਟੀ ਦੇ ਵਿੱਚ ਲੱਗਾ ਰਹਿੰਦਾ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਸਿਰਫ ਆਮ ਆਦਮੀ ਪਾਰਟੀ ਹੈ, ਦੂਜੀਆਂ ਪਾਰਟੀਆਂ ਵੀ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਆਗੂ ਨੇ ਜਿਹੜੇ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਂਦੇ ਨੇ, ਚਾਹੇ ਉਹ ਈਡੀ ਦਾ ਡਰ ਹੋਵੇ। ਈਡੀ ਦੀ ਵੀ ਗੱਲ ਤੁਸੀਂ ਕੀਤੀ ਸੀ, ਈਡੀ ਦੀ ਮੈਂ ਗੱਲ ਤੁਹਾਨੂੰ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਦੱਸ ਦਿੰਦਾ।
ਜਿਹੜਾ ਬੰਦਾ ਪਹਿਲਾਂ ਕਸੂਰਵਾਰ ਹੁੰਦਾ ਉਹਦੇ ਉੱਤੇ ਈਡੀ ਦਾ ਡਰ ਬੈਠ ਜਾਂਦਾ, ਉਸ ਤੋਂ ਬਾਅਦ ਉਹ ਬੀਜੇਪੀ ਜੁਆਇਨ ਕਰਦਾ, ਫਿਰ ਉਹ ਕਲੀਨ ਚਿੱਟ ਹੋ ਜਾਂਦੀ ਹੈ। ਈਡੀ ਦਾ ਡਰ ਇਹ ਹੈ। ਈਡੀ ਦੇ ਹੋਰ ਕੋਈ ਭੂਮਿਕਾ ਅੱਜ ਤੱਕ ਮੈਨੂੰ ਕੋਈ ਨਜ਼ਰ ਨਹੀਂ ਆਈ, ਕੋਈ ਹੋਏਗੀ ਤਾਂ ਮੈਂ ਉਹ ਤੋਂ ਮਾਫੀ ਵੀ ਚਾਹੂੰਗਾ। ਨਾਲ ਦੀ ਨਾਲ ਜੀ ਮੋਹਿਤ ਜੀ ਤੁਹਾਡਾ ਸਵਾਲ ਜ਼ਰੂਰ ਲਵਾਂਗਾ, ਮੈਂ ਇੱਕ ਵਾਰ ਆਪਣੀ ਗੱਲ ਪੂਰੀ ਕਰ ਲਵਾਂ। ਤੇ ਨਾਲ ਤੁਸੀਂ ਗੱਲ ਕਰੋ ਡਿਕਟੇਟਰਸ਼ਿਪ, ਮੋਦੀ ਜੀ ਦੀ ਡਿਕਟੇਟਰਸ਼ਿਪ ਸਾਫ਼ ਸਪਸ਼ਟ ਨਜ਼ਰ ਆਉਂਦੀ ਹੈ। ਪਹਿਲੀ ਗੱਲ ਤਾਂ ਇਹ, ਜੇ ਤਾਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਤੇ ਉਹ ਅੱਤਵਾਦੀ ਹੈ, ਜੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤੇ ਉਹ ਸੱਤਵਾਦੀ ਹੈ। ਪਹਿਲੀ ਚੀਜ਼ ਤਾਂ ਇਹੀ ਹੈ। ਚਲੋ ਹਿੰਦੂ ਰਾਸ਼ਟਰ ਬਣਦਾ ਹੈ, ਹਿੰਦੂ ਅਸੀਂ ਹਿੰਦੁਸਤਾਨ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਰਹਿੰਦੇ ਆ, ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਇਹਨੂੰ ਇੱਕ ਧਰਮ ਦਾ ਦੇਸ਼ ਕਦੇ ਵੀ ਨਹੀਂ ਕਿਹਾ ਗਿਆ। ਤੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੋਟਾਂ ਲੜਦੇ ਆ, ਹਰ ਵਾਰ ਇਲੈਕਸ਼ਨਸ ਦੇ ਵਿੱਚ ਮੁੱਦਾ ਕੀ ਹੁੰਦਾ ਹੈ? ਹਿੰਦੁਸਤਾਨ ਪਾਕਿਸਤਾਨ, ਹਿੰਦੂ ਮੁਸਲਮਾਨ, ਰਾਮ ਮੰਦਿਰ ਮਸਜਿਦ, ਇਸ ਤੋਂ ਇਲਾਵਾ ਵਿਕਾਸ ਦਾ ਕਿਹੜਾ ਮੁੱਦਾ ਹੁੰਦਾ? ਹਾਂਜੀ ਮੋਹਿਤ ਜੀ ਪਲੀਜ਼। ਹਾਂਜੀ ਜੀ ਮੋਹਿਤ ਜੀ, ਮੇਰੇ ਸਾਥੀ ਨੇ ਬੜੀ ਵਧੀਆ ਗੱਲ ਕੀਤੀ ਕਿ ਲੋਕਤੰਤਰ, ਤੁਸੀਂ ਸਾਡੇ ਭਾਜਪਾ ਵਾਲਿਆਂ ਤੇ ਅਟੈਕ ਕੀਤਾ ਹੈ। ਹੁਣੇ ਤੁਸੀਂ ਜੋ ਪੈਨਲਿਸਟ ਸਾਡੇ ਮਾਨਯੋਗ ਐਂਕਰ ਸਾਹਿਬਾਨ ਨੇ ਦੋ ਨਾਮ ਲਏ ਸੀ ਪੰਜਾਬ ਦੇ, ਸੁੱਚਾ ਸਿੰਘ ਛੋਟੇਪੁਰ ਔਰ ਗੁਰਪ੍ਰੀਤ ਘੁੱਗੀ ਜੀ ਵੀ ਉੱਚ ਐਡ ਕਰ ਲਈਏ ਆਪਾਂ ਖੈਰਾ ਸਾਹਿਬ ਦੇ ਨਾਲ। ਪੰਜਾਬ ਤੋਂ ਜ਼ਰਾ ਬਾਹਰ ਚਲੀਏ, ਜਦੋਂ ਇਸ ਪਾਰਟੀ ਦੀ ਸਥਾਪਨਾ ਹੋਈ, ਇਸ ਪਾਰਟੀ ਦੀ ਸਥਾਪਨਾ ਬੜੇ ਬੜੇ ਨਾਰੇ ਕਰਦੇ ਹੋਏ, ਜੈ ਸਵਰਾਜ, ਲੋਕਪਾਲ, ਕਾਂਗਰਸ ਨਾਲ ਨਹੀਂ ਜਾਣਾ, ਨਹੀਂ ਮਿਲਣਾ, ਰਾਜਨੀਤੀ 'ਚ ਨਹੀਂ ਆਣਾ, ਇਹ ਵੀ ਇਸ ਵਿਅਕਤੀ ਵੱਲੋਂ ਕਿਹਾ ਗਿਆ ਜੋ ਇਸ ਪਾਰਟੀ ਦਾ ਸੁਪਰੀਮੋ ਹੈ। ਮੈਂ ਉਸ ਵਿਸ਼ੇ ਤੇ ਨਹੀਂ ਜਾਂਦਾ। ਮੇਰਾ ਰੈਲੀਵੈਂਟ ਵਿਸ਼ੇ ਇਹ ਹੈ, ਡਿਕਟੇਟਰਸ਼ਿਪ ਆਪਾਂ ਕਿਹਨੂੰ ਕਹਿੰਦੇ ਆ? ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੀਤੀਆਂ ਨੂੰ ਐਟਲੀਸਟ ਸਾਡੀ ਵਿਦਿਨ ਦਾ ਪਾਰਟੀ ਫਰੇਮ ਅਸੀਂ ਮੰਨਦੇ ਆ, ਅਸੀਂ ਉਹਨਾਂ ਨੂੰ ਸੁਪਰੀਮ ਨੇਤਰਤਵ ਮੰਨਦੇ ਆ, ਅਸੀਂ ਕਿਸੇ ਨੂੰ ਪਾਰਟੀ ਚੋਂ ਨਹੀਂ ਕੱਢਿਆ। ਜੇ ਤੁਹਾਡੀ ਗੱਲ ਕਰੀਏ, ਤੁਹਾਡੀ ਪਾਰਟੀ ਦਾ ਸਫ਼ਰ ਜਦੋਂ ਸ਼ੁਰੂ ਹੋਇਆ, ਪ੍ਰਸ਼ਾਂਤ ਭੂਸ਼ਣ, ਸ਼ਸ਼ੀ ਭੂਸ਼ਣ, ਸੁਪਰੀਮ ਕੋਰਟ ਦੇ ਬਹੁਤ ਬੜੇ ਲਾਇਰ ਨੇ, 1 ਕਰੋੜ ਰੁਪਇਆ ਚੰਦਾ ਦੇ ਕਰਕੇ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਸੀ, ਔਰ ਉਹ ਕਿੱਥੇ ਨੇ ਅੱਜ? ਕਿੱਥੇ ਨਜ਼ਰ ਆਉਂਦੇ ਨੇ? ਉਹ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਨੇ। ਉਸ ਤੋਂ ਬਾਅਦ ਯੋਗੇਂਦਰ ਯਾਦਵ, ਬਹੁਤ ਬੜੇ ਨੇਤਾ, ਮੈਂ ਉਹਨਾਂ ਦਾ ਵਿਅਕਤੀਗਤ ਤੌਰ ਤੇ ਸਨਮਾਨ ਕਰਦਾ, ਬੜੇ ਕਿਸਾਨ ਨੇਤਾ ਨੇ, ਅੱਜ ਕਿੱਥੇ ਨਜ਼ਰ ਆਉਂਦੇ ਨੇ? ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਨੇ। ਉਸ ਤੋਂ ਬਾਅਦ ਕੁਮਾਰ ਵਿਸ਼ਵਾਸ, ਜਿਨ੍ਹਾਂ ਨੂੰ ਇਸ ਦੇਸ਼ ਦੇ ਵਿੱਚ ਕਰੋੜਾਂ ਲੋਕ, ਖਾਸ ਕਰ ਯੁਵਾ ਮੇਰੇ ਵਰਗੇ ਬਹੁਤ ਚਾਹੁੰਦੇ ਨੇ, ਐਸੇ ਵਿਅਕਤੀ ਤਾਂ ਤੁਹਾਡੇ ਨਾਲ ਜੁੜੇ ਹੋਏ ਸੀ, ਉਹ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਨੇ। ਉਸ ਤੋਂ ਬਾਅਦ ਕਪਿਲ ਮਿਸ਼ਰਾ, ਇੱਕ ਬਹੁਤ ਬੜਾ ਨਾਮ ਦਿੱਲੀ ਦੀ ਸਿਆਸਤ ਦੇ ਵਿੱਚ, ਉਹ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਨੇ। ਅਗਰ ਮੈਂ ਨਾਮਾਂ ਦੀ ਫਹਿਰਿਸਤ ਵਿੱਚ ਜਾਵਾਂ, ਲੰਬੀ ਲਿਸਟ ਹੈ। तो क्या डिक्टेटरशिप ਦਾ ਇਹ ਸਿੱਧਾ ਸਿੱਧਾ ਸਬੂਤ ਨਹੀਂ ਹੈ ਕਿਆ ਕਿ ਇੱਕ ਵਿਅਕਤੀ ਪੂਰੀ ਪਾਰਟੀ ਨੂੰ ਕੰਟਰੋਲ ਕਰ ਰਿਹਾ ਹੈ? ਇੱਕ ਮਿੰਟ ਮੇਰੀ ਗੱਲ ਪੂਰੀ ਹੁੰਦੀ ਹੈ, ਮੈਂ ਪੰਜਾਬ ਤੇ ਵੀ ਆਉਣਾ, ਇਸ ਨੂੰ ਪੰਜਾਬ ਨਾਲ ਕਨੈਕਟ ਕਰਨਾ ਹੈ। तो क्या डिक्टेटरशिप ਦੇ ਸਿੱਧੀ ਉਦਾਹਰਣ ਨਹੀਂ ਹੈ ਕਿਆ? ਮੈਂ ਪੰਜਾਬ ਦੀ ਗੱਲ ਕਰਾਂ, ਇਸ ਸੂਬੇ ਦਾ ਮੁੱਖ ਮੰਤਰੀ ਹੋਲੀ ਸੋਲੀ ਇੰਚਾਰਜ ਹੁੰਦਾ ਹੈ। ਮੁੱਖ ਮੰਤਰੀ ਮਤਲਬ ਚੀਫ ਆਫ ਦਾ ਸਟੇਟ। ਔਰ ਕਿਆ ਉਸ ਚੀਫ ਆਫ ਦਾ ਸਟੇਟ ਨੂੰ ਕਿਸੇ ਸਲਾਹ ਦੀ ਲੋੜ ਹੈ? ਅਸੀਂ ਰਾਘਵ ਚੱਡਾ ਨੂੰ ਦਿੱਲੀ ਤੋਂ ਭੇਜ ਕਰਕੇ ਇੱਕ ਸਲਾਹਕਾਰ ਕਮੇਟੀ ਬਣਾਉਂਦੇ ਹਾਂ, ਉਹਨਾਂ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਦੇ ਆ ਤਾਂ ਕਿ ਉਹ ਸੀਐਮ ਨੂੰ ਸਲਾਹ ਦੇਗਾ। ਕਿਆ ਸੀਐਮ ਵੀ ਸਲਾਹ ਲੈਣ ਦੀ ਲੋੜ ਹੈ ਸੀਐਮ ਨੂੰ? ਅਗਰ ਸੀਐਮ ਨੂੰ ਸਲਾਹ ਦੇਣ ਦੀ ਲੋੜ ਹੈ ਤਾਂ ਫਿਰ ਕੈਬਨਿਟ ਭੰਗ ਕਰ ਦਿਓ, ਪੰਜਾਬ ਦੇ ਐਡਮਿਨਿਸਟ੍ਰੇਟਿਵ ਦਾਇਰੇ, ਪੰਜਾਬ ਦੀਆਂ ਲੋਕਤਾਂਤਰਿਕ ਸੰਸਥਾਵਾਂ ਭੰਗ ਕਰ ਦਿਓ। ਇੱਕ ਹੋਰ ਵਿਸ਼ੇ ਬੜਾ ਇੰਪੋਰਟੈਂਟ ਇਹਦੇ ਨਾਲ ਜੁੜਦਾ, ਮੈਂ ਉਦਾਹਰਨ ਦੇ ਕੇ ਦੱਸਾਂਗਾ। ਜਦੋਂ ਬਿਜਲੀ ਦਾ ਮੁੱਦਾ ਅੱਜ ਤੋਂ 2 ਮਹੀਨੇ ਪਹਿਲੇ ਆਇਆ, ਪੰਜਾਬ ਦੇ ਬਿਜਲੀ ਵਿਭਾਗ ਦੇ ਵੱਡੇ ਵੱਡੇ ਅਫਸਰ ਦਿੱਲੀ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਆਉਂਦੇ ਨੇ। ਦਿੱਲੀ ਦੀ ਸਰਕਾਰ, ਦਿੱਲੀ ਦੇ ਲੋਕ ਪੰਜਾਬ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਨੇ। ਉਹਦੇ ਵਿੱਚ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ਼ਾਮਲ ਹੁੰਦੇ ਨੇ, ਇੱਥੋਂ ਤੱਕ ਕਿ ਬੜਾ ਇੰਪੋਰਟੈਂਟਲੀ ਪੰਜਾਬ ਦੇ ਬਿਜਲੀ ਮੰਤਰੀ ਵੀ ਉਸ ਮੀਟਿੰਗ ਚੋਂ ਗਾਇਬ ਹੁੰਦੇ ਨੇ। ਤਾਂ ਪੰਜਾਬ ਦੀ ਐਡਮਿਨਿਸਟ੍ਰੇਟਿਵ ਏਜੰਡਾ, ਪੰਜਾਬ ਦੀ ਸਰਕਾਰ ਕਿਵੇਂ ਚੱਲਣੀ ਹੈ, ਕਿੱਥੋਂ ਤੈਅ ਹੁੰਦਾ ਹੈ? ਮੈਂ ਸਿੱਧਾ ਔਰ ਸਪਸ਼ਟ ਉਦਾਹਰਨ ਦੇ ਕੇ ਤੁਹਾਨੂੰ ਦੱਸਿਆ ਕਿ ਦਿੱਲੀ ਤੋਂ ਤੈਅ ਹੁੰਦਾ ਹੈ। ਤਾਂ ਡਿਕਟੇਟਰਸ਼ਿਪ ਦਾ ਸਿੱਧਾ ਉਦਾਹਰਨ ਸਾਡੇ ਮੋਹਰੇ ਹੈ। ਤਾਂ ਇਹ ਸਾਨੂੰ ਠੀਕ ਹੈ ਜੀ, ਹੁਣ ਉਦਾਹਰਨ ਮੈਂ ਵੀ ਦੇ ਦਿੰਦਾ। ਜੇ ਆਪਾਂ ਸਿਰਫ ਪੰਜਾਬ ਦੀ ਗੱਲ ਨਾ ਕਰੀਏ, ਜੇ ਦੇਸ਼ ਦੀ ਗੱਲ ਕਰਦੇ, ਲੋਕਤੰਤਰ ਦੀ ਗੱਲ ਕਰਦੇ, ਜਿੱਦਾਂ ਤੁਸੀਂ ਕਹਿੰਦੇ ਹੋ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹ ਦਿੱਲੀ ਜਾ ਕੇ ਮੀਟਿੰਗ ਕਰਦੇ ਨੇ। ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਨੇ ਮੋਦੀ ਸਾਹਿਬ, ਕੀ ਉਹ ਆਪਣੀ ਸਟੇਟ ਦੇ ਕਿਸੇ ਵੀ ਅਧਿਕਾਰੀ ਨੂੰ ਕਿਸੇ ਹੋਰ ਸਟੇਟ ਦੇ ਵਿੱਚ ਜੇਕਰ ਚੰਗੀ ਚੀਜ਼ ਹੈ ਉੱਥੇ ਸਿੱਖਣ ਲਈ ਨਹੀਂ ਭੇਜਦੇ? ਭੇਜਿਆ ਜਾਂਦਾ ਹੈ। ਦਿੱਲੀ ਦੇ ਵਿੱਚ ਵੀ ਜਿਹੜੇ ਚੰਗੇ ਸਟੂਡੈਂਟਸ ਨੂੰ ਪੜ੍ਹਾਉਣ ਲਈ ਜਿਹੜੇ ਸਰਕਾਰੀ ਸਕੂਲਸ ਦੇ ਟੀਚਰਸ ਨੇ, ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਣ ਲਈ ਭੇਜਿਆ ਜਾਂਦਾ ਕਿ ਜੇ ਕੋਈ ਚੰਗੀ ਚੀਜ਼ ਕਿਤੋਂ ਸਿੱਖਣ ਨੂੰ ਮਿਲਦੀ ਹੈ ਉਹਨੂੰ ਸਿੱਖ ਲੈਣਾ ਚਾਹੀਦਾ। ਮੇਰੇ ਖਿਆਲ ਦੇ ਨਾਲ, ਜੇ ਤੁਹਾਨੂੰ ਲੱਗਦਾ ਕਿ ਇੱਕ ਬੰਦਾ ਜੇ ਸੀਐਮ ਬਣ ਗਿਆ ਤੇ ਉਹਨੂੰ ਕਿਸੇ ਸਲਾਹ ਦੀ ਲੋੜ ਨਹੀਂ ਹੈ, ਤਾਂ ਇਨਸਾਨ ਹੀ ਹੁੰਦਾ। ਹਰ ਬੰਦੇ ਨੂੰ ਸਲਾਹ ਦੀ ਲੋੜ ਪੈਂਦੀ। ਮੇਰਾ ਇਤਰਾਜ਼ ਇਸ ਗੱਲ ਤੇ ਸੀ, ਮੋਦੀ ਸਾਹਿਬ ਦੇ ਕੋਲ ਕੋਈ ਕਮੇਟੀ ਨਹੀਂ ਹੈ ਜਿਹੜੀ ਉਹਨਾਂ ਨੂੰ ਸਲਾਹ ਦਿੰਦੀ ਹੈ। ਜੇ ਉਹ ਨਹੀਂ ਦਿੰਦੀ ਤੇ ਫਿਰ ਤੁਸੀਂ ਮੰਨੋ ਕਿ ਉਹ ਡਿਕਟੇਟਰਸ਼ਿਪ ਹੈ, ਕਿ ਜੋ ਉਹਨਾਂ ਦੇ ਮਨ ਦੇ ਵਿੱਚ ਆ ਗਿਆ ਉਹਨਾਂ ਨੇ ਲਿਖ ਦਿੱਤਾ, ਉਹ ਡਿਕਟੇਟਰਸ਼ਿਪ ਬਣ ਗਈ। ਫਿਰ ਤਾਂ ਤੁਸੀਂ ਆਪ ਹੀ ਐਡਮਿਟ ਕਰ ਗਏ।
ਬਿਲਕੁਲ ਬਿਲकुल है। अगर फॉरेन अफेयर्स ਤੇ ਕੋਈ ਕਮੇਟੀ ਬੰਦੀ ਹੈ, ਇੰਟਰਨਲ ਅਫੇਅਰਸ ਤੇ ਕਮੇਟੀ ਬੰਦੀ ਹੈ, ਡਿਫੈਂਸ ਤੇ ਕਮੇਟੀ ਬੰਦੀ ਹੈ, ਤਾਂ ਕੰਸਰਨਡ ਮਿਨਿਸਟਰ ਪ੍ਰੈਜ਼ਾਈਡ ਕਰਦਾ ਉਸ ਕਮੇਟੀ ਨੂੰ। ਸਾਡੇ ਤਾਂ ਬਿਜਲੀ ਮੰਤਰੀ ਬਿਜਲੀ ਦੇ ਉੱਤੇ ਫੈਸਲੇ ਲਏ ਜਾ ਰਹੇ ਨੇ, ਪਾਲਿਸੀਆਂ ਬਣਨੀ ਨੇ, ਸਾਡਾ ਬਿਜਲੀ ਮੰਤਰੀ ਗਾਇਬ ਹੈ, ਬਿਜਲੀ ਮੰਤਰੀ ਗਾਇਬ ਹੈ। ਤਾਂ ਮੈਂ ਇਸ ਗੱਲ ਦੇ ਉੱਤੇ ਪ੍ਰਸ਼ਨ ਚੱਕਿਆ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਜੇ ਚੱਲਣ ਬਿਜਲੀ ਦਿਆਂਗੇ। ਮੰਤਰ ਗਾਇਬ ਤੁਹਾਡੀ ਹੁੰਦਾ ਸਰਪੰਚਾਂ ਤੇ ਦੇ 4 ਉੱਤੇ ਮਹੀਨੇ ਦੇ ਵਿੱਚ ਜਿਹੜੀ ਬਿਜਲੀ ਮਾਫੀ ਹੋ ਚੁੱਕੀ ਹੈ ਹੋਣੀ ਨਹੀਂ ਸੀ। ਦੇਖੋ ਮੇਰਾ ਸਵਾਲ ਜਾਇਜ਼ ਹੈ, ਦਿੱਲੀ ਤੋਂ ਪੰਜਾਬ ਪਿਛਲੇ ਨਾ 70 ਚਲਾਓ, ਸਾਲਾਂ ਦੇ ਪੰਜਾਬ ਵਿੱਚ ਵਾਸੀਆਂ ਅਸੀਂ ਨੂੰ। ਕਿੰਨੀ ਮਹਿੰਗੀ ਬਿਜਲੀ, ਪੰਜਾਬ ਬਿਜਲੀ ਬਣਾਉਣ ਵਾਲਾ ਸੂਬਾ ਰਿਹਾ, ਪੰਜਾਬ ਪਾਣੀਆਂ ਦਾ ਸੂਬਾ ਰਿਹਾ, ਉਹਦੇ ਵਿੱਚ ਅਸੀਂ ਸਭ ਤੋਂ ਮਹਿੰਗੀ ਬਿਜਲੀ ਲੈਂਦੇ ਰਹੇ ਆ। ਤੇ ਜੇ ਹੁਣ 600 ਯੂਨਿਟ ਮਿਲਦੇ ਆ, ਸਾਨੂੰ ਜੀ ਫ੍ਰੀ ਬਿਲਕੁਲ ਪੈਸੇ ਦੀ ਕੋਸ਼ਿਸ਼ ਜੀ ਕੀਤੀ ਆ, ਬਿਲकुल ਤਰਨਪਾਲ ਜੀ ਤੇ ਮੋਹਿਤ ਜੀ ਉਹ ਜੀ ਬਿਜਲੀ ਬਿਲकुल ਮੰਤਰ ਦੇ ਨਾਲ ਹੀ ਹੋਈ ਹੈ। ਜੀ ਤੁਹਾਡਾ ਬਿਲकुल ਐਫੀਡੇਵਿਟ ਵੀ ਤਰਨਪਾਲ ਲੋਕਾਂ ਨੇ ਦੇਖ ਲਿਆ ਤੁਹਾਡਾ। ਤਰਨਪਾਲ ਜੀ 1 ਮਿੰਟ ਤੁਹਾਨੂੰ ਮੈਂ ਦਿੰਨੀ ਆ ਦੁਬਾਰਾ ਮੌਕਾ। ਸੰਧੂ ਜੀ ਤੁਹਾਡੀ ਕੀ ਟਿੱਪਣੀ ਹੈ? ਦੇਖੋ ਜੀ, ਤਰਨਪਾਲ ਜੀ ਨੇ ਦੋ ਗੱਲਾਂ ਜਿਹੜੀਆਂ ਮੈਨੂੰ ਇਹਨਾਂ ਦੀ ਗੱਲਬਾਤ 'ਚ ਲੱਗੀਆਂ ਬੜੀਆਂ ਇੰਪੋਰਟੈਂਟ ਨੇ। ਸਭ ਤੋਂ ਵੱਡਾ ਮੁੱਦਾ ਇਹਨਾਂ ਨੇ ਈਡੀ ਦਾ ਚੁੱਕਿਆ। ਕਹਿੰਦੇ ਜੀ ਈਡੀ ਨੇ ਬਦਲਾ ਲਊ ਕਾਰਵਾਈ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਮਤਲਬ ਜੇ ਈਡੀ ਜਿਹੜੀ ਹੈ ਉਹ ਪੱਛਮੀ ਬੰਗਾਲ ਦੇ ਵਿੱਚ ਕਰੋੜਾਂ ਰੁਪਏ ਬਰਾਮਦ ਕਰਦੀ ਹੈ ਤਾਂ ਵੀ ਬਦਲਾ ਲਊ ਕਾਰਵਾਈ ਹੈ। ਜੇ ਉਹ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੂੰ ਜਿਹੜੇ ਆ ਉਹਦੇ 'ਚ ਫਸੇ ਹੋਏ ਨੇ ਤਾਂ ਵੀ ਹੈ। ਕਾਰਨ ਕੀ ਹੈ? ਕਿਉਂਕਿ ਕਿਤੇ ਇਹ ਤਾਂ ਨਹੀਂ ਕਿ ਜਿਹੜੇ ਤੁਸੀਂ ਦਿੱਲੀ ਮਾਡਲ ਦੀ ਗੱਲ ਕਰਦੇ ਵੇ, ਦਿੱਲੀ ਦਾ ਵੀ ਸਿਹਤ ਮੰਤਰੀ ਫਸਿਆ ਸੀ ਤੇ ਮੁੜ ਕੇ ਪੰਜਾਬ ਦਾ ਵੀ ਸਿਹਤ ਮੰਤਰੀ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸਿਆ। ਕੀ ਇਹ ਦਿੱਲੀ ਮਾਡਲ ਆ? ਜੇ ਇਹ ਕਾਂਗਰਸ ਵਰਗਾ ਹੀ ਮਾਡਲ ਆ, ਜੇ ਇਹ ਸੱਚਮੁੱਚ ਸਾਡੇ ਵੀ ਲੀਡਰ ਫਸਦੇ ਨੇ ਔਰ ਈਡੀ ਦੀ ਕਾਰਵਾਈਆਂ ਤਾਂ ਸਾਨੂੰ ਡਰ ਲੱਗਦਾ ਆ, ਤੇ ਫਿਰ ਕੀ ਅਸੀਂ ਇਹ ਮੰਨ ਲਈਏ ਕਿ ਇਹਦਾ ਆਮ ਆਦਮੀ ਪਾਰਟੀ ਦਾ ਜਿਹੜਾ ਹਸ਼ਰ ਆ ਉਹ ਵੀ ਕਾਂਗਰਸ ਪਾਰਟੀ ਵਾਲਾ ਹੋਣ ਜਾ ਰਿਹਾ ਔਰ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਵੱਧ ਕੇ ਕੋਈ ਉਮੀਦ ਨਾ ਰੱਖੀਏ ਆਪਾਂ? ਜੀ ਤਰਨਪਾਲ ਜੀ ਇਹਦੇ ਤੇ ਜ਼ਰੂਰ ਪਹਿਲੀ ਗੱਲ ਤਾਂ ਇਹ ਸੰਧੂ ਸਾਹਿਬ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਕਿ ਸਿਹਤ ਮੰਤਰੀ ਦਿੱਲੀ ਦੇ ਵਿੱਚ ਵੀ ਫਸਿਆ ਸੀ ਤੇ ਸਿਹਤ ਮੰਤਰੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਅਰੈਸਟ ਕੀਤਾ ਸੀ। ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਿਆਂ ਕਿ ਅੱਜ ਤੱਕ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਸਰਪੰਚ ਨੂੰ ਵੀ ਕਦੇ ਕੋਈ ਪੁਲਿਸ ਚੱਕ ਕੇ ਨਹੀਂ ਲੈ ਕੇ ਗਈ। ਤੇ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਸਿਹਤ ਮੰਤਰੀ ਫਸੇ ਸੀ ਤਾਂ ਸਿਰਫ ਤੇ ਸਿਰਫ ਇੱਕ ਇਮਾਨਦਾਰ ਸਰਕਾਰ, ਇਮਾਨਦਾਰ ਚੀਫ ਮਿਨਿਸਟਰ ਸੀ ਤਾਂ ਕਰਕੇ, ਕਿਉਂਕਿ ਸਿਰਫ ਉਹਨਾਂ ਤੱਕ ਗੱਲ ਸੀ, ਨਾ ਕਿਸੇ ਮੀਡੀਆ ਕੋਲ ਸੀ, ਨਾ ਕਿਸੇ ਮੰਤਰੀ ਜੀ ਨੇ ਵੀ ਕਹਿਤਾ ਨਾ ਜੀ ਜ਼ਮਾਨਤ ਹੋ ਗਈ ਜਾਂ ਉਹ ਕਹਿੰਦੇ ਮੈਨੂੰ ਬੁਲਾਇਆ ਗਿਆ। ਇਹਦੇ ਵਿੱਚ ਵੀ ਕ੍ਰੈਡਿਟ ਲੈ ਰਹੇ ਹੋ, ਇਹਦੇ ਵਿੱਚ ਵੀ ਕ੍ਰੈਡਿਟ ਲੈ ਰਹੇ ਹੋ ਤੁਸੀਂ। ਤੁਹਾਡਾ ਮੰਤਰੀ ਕਰਪਸ਼ਨ ਦੇ ਚਾਰਜਿਸ 'ਚ ਫਸਿਆ, ਤੁਸੀਂ ਉਹਦਾ ਵੀ ਕ੍ਰੈਡਿਟ ਲੈ ਰਹੇ ਹੋ। ਵਾਹ, ਗੁੰਮਰਾਹ ਕਰਨਾ ਅੱਛਾ ਹੁੰਦਾ ਹੈ ਤੁਹਾਨੂੰ ਲੋਕਾਂ ਨੂੰ। ਆਮ ਆਦਮੀ ਪਾਰਟੀ ਇੱਕੋ ਹੀ ਏਜੰਡਾ ਲੈ ਕੇ ਆਈ ਸੀ, ਇਮਾਨਦਾਰ ਸਰਕਾਰ। ਜੇ ਇਮਾਨਦਾਰੀ ਦਿਖਾਉਣਾ, ਕ੍ਰੈਡਿਟ ਲੈਣਾ ਹੈ, ਤੇ ਹਾਂ ਮੈਨੂੰ ਲੱਗਦਾ ਕਿ ਉਹਦਾ ਕ੍ਰੈਡਿਟ ਲੈ ਲੈਣਾ ਚਾਹੀਦਾ। ਇਮਾਨਦਾਰ ਸਰਕਾਰ ਇਮਾਨਦਾਰੀ ਦਾ ਕ੍ਰੈਡਿਟ ਲੈਂਦੀ ਹੀ ਲੈਂਦੀ ਹੈ। ਜਿਹੜੀ ਸਰਕਾਰ ਨੇ ਇਮਾਨਦਾਰੀ ਕਦੀ ਕੀਤੀ ਨਾ ਹੋਵੇ ਉਹਨਾਂ ਨੂੰ ਕ੍ਰੈਡਿਟ ਕੀ ਮਿਲਣਾ? ਮੋਹਿਤ ਜੀ ਤੁਸੀਂ ਕਿਵੇਂ ਦੇਖਦੇ ਹੋ? ਤਰਨਪਾਲ ਜੀ ਨੇ ਤਾਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਤੁਹਾਨੂੰ ਲੱਗਦਾ ਕਿ ਅਗਰ ਕਾਂਗਰਸ ਪਾਰਟੀ ਦਾ ਜਿਹੜਾ ਬੇੜਾ ਆ ਉਹ ਭਰ ਕੇ ਡੁੱਬਦਾ ਆ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ, ਮਨੀ ਲਾਂਡਰਿੰਗ ਦੇ ਦੋਸ਼ਾਂ 'ਚ, ਅਗਰ ਉਹਦੀ ਸੀਨੀਅਰ ਲੀਡਰਸ਼ਿਪ ਹੀ ਆ ਜਾਂਦੀ ਥੱਲੇ ਦਬ ਜਾਂਦੀ ਹੈ, ਲੈ ਕੇ ਬੇੜੇ ਨੂੰ ਡੁਬੋ ਲੈਂਦੀ ਹੈ, ਤਾਂ ਕੀ ਅਰਵਿੰਦ ਕੇਜਰੀਵਾਲ ਜਿਹੜਾ ਬਚਾ ਖੁਚਾ ਲੋਕਤੰਤਰ ਦੇ ਵਿੱਚ ਵਿਰੋਧੀ ਪਾਰਟੀ ਜਿਹੜੀ ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ, ਤੁਹਾਨੂੰ ਲੱਗਦਾ ਅਰਵਿੰਦ ਕੇਜਰੀਵਾਲ 'ਚ ਕੁਝ ਐਸੀ ਸੰਭਾਵਨਾ ਹੈ ਕਿ ਉਹ ਵਿਰੋਧੀ ਧਿਰ ਬਣੇ ਰਹਿ ਸਕਦੇ ਨੇ? ਬਿਲकुल ऐसा जी जी ऐसा है। फिलहाल ਤੇ ਸੰਭਾਵਨਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਦਿਨ ਰਾਤ ਡਰ ਸਤਾ ਰਿਹਾ ਕਿ ਈਡੀ ਕਿਤੇ ਸਾਡੇ ਵੱਲ ਨਾ ਆ ਜਾਵੇ। ਕਿਉਂਕਿ ਈਡੀ, ਮੈਂ ਇਹ ਨਹੀਂ ਈਡੀ ਦਾ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਲਗਭਗ 4-5 ਦਿਨ ਪਹਿਲਾਂ ਲਾਈਵ ਆ ਕਰਕੇ ਐਂਟੀਸਪੇਸ਼ਨ ਜ਼ਾਹਰ ਕੀਤੀ ਹੈ ਕਿ ਈਡੀ ਮਨੀਸ਼ ਸਿਸੋਦੀਆ ਜੀ ਨੂੰ ਗ੍ਰਿਫਤਾਰ ਕਰ ਸਕਦੀ ਹੈ। ਉਹ ਭਾਈ ਗ੍ਰਿਫਤਾਰ ਕਰ ਸਕਦੀ ਹੈ, ਤੁਹਾਨੂੰ ਵੀ ਪਤਾ ਕਿਉਂ ਕਰ ਸਕਦੀ ਹੈ। ਅਗਰ ਕਾਰਵਾਈ ਹੋਗੀ ਕਿਉਂ ਹੋਏਗੀ? ਕਿਉਂਕਿ ਸਾਡੇ ਮਾਣਯੋਗ ਲੀਡਰ ਸਿਰਸਾ ਸਾਹਿਬ ਨੇ ऑन एयर आके, ऑन रिकॉर्ड आकर के डॉक्यूमेंट्स दिखाए जो आरटीआई च बरामद हुए ने। एक पॉलिसी हुंदी है, लीकर पॉलिसी जो दिल्ली दी है, शराब मैन्युफैक्चरिंग कोई करेगा, होलसेल कोई करेगा, रिटेल कोई करेगा। बड़ा स्पष्ट है, एक्साइज एक्ट दे विच मेंशन कीता है। दिल्ली दे विच शरेआम इस एक्ट दी उल्लंघना कीती गई है। इन्हां दा खासम खास व्यक्ति पार्टी नूं जिसने चंदा दिता है, बड़ी जल्दी ये भी उजागर होने वाला है। जो फिलहाल आरटीआई च आंकड़े मिले ने, मैं उनका जिक्र तुहाडे नाल कर रहा कि दिल्ली दे विच इक्को व्यक्ति शराब दी मैन्युफैक्चरिंग करदा है, ਇੱਕੋ ਵਿਅਕਤੀ ਹੋਲਸੇਲ ਕਰਦਾ ਹੈ ਔਰ ਇੱਕੋ ਵਿਅਕਤੀ ਰਿਟੇਲ ਕਰਕੇ ਵੇਚਦਾ ਹੈ। ਸ਼ਰੇਆਮ ਐਕਟ ਦੀ ਉਲੰਘਣਾ ਹੈ। ਯਾਨੀ ਕਿ ਆਪਣੇ ਚਹੇਤਿਆਂ ਨੂੰ, ਆਪਣੀ ਕੈਬਨਿਟ ਦੇ ਲੋਕਾਂ ਨੂੰ, ਕੈਬਨਿਟ ਮਾਨੇ ਮੇਰੇ ਦੋਸਤ ਸਾਥੀ ਮਿੱਤਰ, ਉਹਨਾਂ ਸਭ ਨੂੰ ਲਾਭ ਪਹੁੰਚਾਉਣ ਦੀ ਇਹ ਨੀਤੀ ਹੈ। ਕਰੋੜਾਂ ਦਾ ਗਬਨ ਹੋਇਆ ਲਗਭਗ, ਮੇਰੇ ਅਗਰ ਮੈਂ ਰੋਂਗ ਨਹੀਂ, 144 ਕਰੋੜ ਦੀ ਫਿਗਰ ਹੈ ਜੋ ਸਾਹਮਣੇ ਆ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿਉਂਕਿ ਉਹਨਾਂ ਨੇ ਪਾਲਿਸੀ ਲਾਗੂ ਕੀਤੀ। ਇਸ ਕਰਕੇ ਲਾਈਵ ਆ ਕੇ ਕਹਿ ਰਹੇ ਨੇ ਕਿ ਈਡੀ ਹੁਣ ਸਾਡੇ ਵੱਲ ਆਏਗੀ। ਭਈਆ ਗਲਤ ਕਰੋਗੇ ਤੇ ਈਡੀ ਆਏਗੀ। ਕੋਈ ਪਹਿਲੀ ਵਾਰ ਤਾਂ ਈਡੀ ਕਾਰਵਾਈ ਨਹੀਂ ਕਰ ਰਹੀ। ਦੇਸ਼ ਜਦੋਂ ਦਾ ਬਣਿਆ, ਬੀਜੇਪੀ ਵਾਲਾ ਵੱਲ ਕਿਉਂ ਨਹੀਂ ਜਾਂਦੀ ਜੀ? अरे ऐसा है, मैं अगर मैनू 2 मिनट ਦਾ ਸਮੇਂ ਦਿੱਤਾ ਜਾਵੇ, ਮੈਂ ਇਤਿਹਾਸ ਦੀ ਪਿਛੋਕੜ ਤੁਹਾਨੂੰ ਲੈ ਜਾਵਾਂ ਜੀ। 1975 ਦੇ ਵਿੱਚ ਦੇਸ਼ 'ਚ ਐਮਰਜੈਂਸੀ ਲੱਗੀ, ਜਿਹਨੂੰ ਅਸੀਂ ਕਾਲਾ ਦਿਵਸ ਦੇ ਨਾਮ ਤੇ ਅੱਜ ਤੱਕ ਮਨਾ ਰਹੇ ਹਾਂ। ਭਾਰਤੀ ਜਨਤਾ ਪਾਰਟੀ ਨੇ ਨਹੀਂ ਲਗਾਈ, ਸਭ ਜਾਣਦੇ ਨੇ ਕਿਸ ਨੇ ਲਗਾਈ। ਔਰ ਜਦੋਂ ਸਾਡੇ ਮਾਨਨੀय ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਗੁਜਰਾਤ ਦੇ ਗ੍ਰਹਿ ਮੰਤਰੀ ਸੀਗੇ, ਇਸ ਦੇਸ਼ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਜੀ,
ਉਹਨਾਂ ਨੂੰ ਘਰੋਂ ਚੱਕ ਲਿਆ ਤਾਂ ਕਿਆ ਉਦੋਂ ਮਿਸਯੂਜ਼ ਨਹੀਂ ਕੀਤਾ ਗਿਆ ਪਾਵਰ ਦਾ? ਬਿਨਾਂ ਡਾਕੂਮੈਂਟੇਸ਼ਨ ਤੋਂ ਕੀਤਾ ਗਿਆ। ਜਦੋਂ ਅਸੀਂ ਈਡੀ ਦੀ ਕਾਰਵਾਈ ਕਰਦੇ ਹਾਂ ਸਾਨੂੰ ਕਲੀਨ ਚਿੱਟ ਕੋਰਟ ਦੇ ਉੱਤੋਂ ਮਿਲਦੀ ਹੈ ਵਿਦ ਡਾਕੂਮੈਂਟੇਸ਼ਨ ਵਿਦ ਐਵੀਡੈਂਸ। ਅਸੀਂ ਕੋਈ ਕਾਰਵਾਈ ਕਰਦੇ ਹਾਂ ਕਿਉਂਕਿ ਮੋਦੀ ਜੀ ਦਾ ਇੱਕੋ ਮੰਤਰ ਹੈ, ਨਾ ਖਾਊਂਗਾ ਨਾ ਖਾਣੇ ਦੂੰਗਾ। ਤਾਂ ਕਿਆ ਜਦੋਂ ਸਾਡੇ ਨੇਤਾਵਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਉਦੋਂ ਤਾਂ ਇਸ ਤਰ੍ਹਾਂ ਦਾ ਸਵਾਲ ਨਹੀਂ ਚੱਕਿਆ ਜਾਂਦਾ? ਬੜਾ ਸਪਸ਼ਟ ਹੈ, ਚਾਹੇ ਸੀਬੀਆਈ ਹੈ ਚਾਹੇ ਈਡੀ ਹੈ, ਉਹਨਾਂ ਸਭ ਨੇ ਆਪਣਾ ਕੰਮ ਕਰਨਾ ਹੈ, ਕਾਨੂੰਨ ਨੇ ਆਪਣਾ ਕੰਮ ਕਰਨਾ ਹੈ। ਔਰ ਜਿਹੜੇ ਚੋਰ ਨੇ ਜਿਨ੍ਹਾਂ ਨੇ ਦੇਸ਼ ਦਾ ਪੈਸਾ ਲੁੱਟਿਆ ਹੈ ਉਹਨਾਂ ਨੂੰ ਡਰ ਸਤਾ ਰਿਹਾ। ਉਹ ਕਦੀ ਕੋਈ ਲਾਈਵ ਆ ਕੇ ਕਹਿ ਰਿਹਾ, ਕਦੀ ਕੋਈ ਕਿਤੇ ਆਪਣਾ ਜ਼ਾਹਿਰ ਕਰ ਰਿਹਾ, ਕਰਦੇ ਰਹਿਣ, ਕਾਨੂੰਨ ਆਪਣਾ ਕੰਮ ਕਰੇਗਾ। ਇੱਕ ਤੁਹਾਡਾ ਸਲੋਗਨ ਤੁਸੀਂ ਹੁਣੇ ਦੱਸਿਆ ਹੈਗਾ ਕਿ ਖਾਊਂਗਾ ਪ੍ਰਧਾਨ ਮੰਤਰੀ ਜੀ ਨੇ ਕਿਹਾ ਨਾ ਖਾਊਂਗਾ ਨਾ ਖਾਣੇ ਦੂੰਗਾ। ਮੈਨੂੰ ਲੱਗਦਾ ਹੈ ਸਲੋਗਨ ਨੂੰ ਬਦਲ ਕੇ ਇੱਕੋ ਕਰ ਦੇਣਾ ਚਾਹੀਦਾ, ਨਾ ਕਰੂੰਗਾ ਨਾ ਕਰਨੇ ਦੂੰਗਾ। ਤੇ ਫਿਰ ਆਪਾਂ ਅਰਵਿੰਦ ਕੇਜਰੀਵਾਲ ਦੀ ਬਾਰੇ ਇੱਕੋ ਗੱਲ ਕਹਿੰਦੇ ਨੇ, ਮੋਦੀ ਸਾਹਿਬ ਇੱਕੋ ਗੱਲ ਕਹਿੰਦੇ ਨੇ, ਮੈਂ ਵੇਚ ਦੂੰਗਾ, ਪਰ ਕੇਜਰੀਵਾਲ ਸਾਹਿਬ ਇੱਕੋ ਗੱਲ ਕਹਿੰਦੇ ਨੇ, ਮੈਂ ਹਰ ਚੀਜ਼ ਨੂੰ ਠੀਕ ਕਰੂੰਗਾ। ਕਿਵੇਂ ਠੀਕ ਕਰਨਗੇ ਕਿ ਦੂਜਿਆਂ ਨੂੰ ਖਾਣ ਦੇਣਗੇ, ਆਪ ਨਹੀਂ ਖਾਣਗੇ? ਮਨਮੋਹਨ ਸਿੰਘ ਹੁਣ ਵਾਂਗੂ ਨਹੀਂ ਜੀ, ਮੈਂ ਨਹੀਂ ਖਾਵਾਂਗਾ, ਬਾਕੀ ਖਾਂਦੇ ਆ ਤਾਂ ਕੋਈ ਗੱਲ ਨਹੀਂ। ਜਿਹੜਾ ਬੰਦਾ ਕਰਪਸ਼ਨ 'ਚ ਲਿਪਤ ਪਾਇਆ ਜਾਊਗਾ ਉਹਦੇ ਉੱਤੇ ਬਣਦੀ ਕਾਰਵਾਈ ਜਿਸ ਦਿਨ ਤੁਸੀਂ ਗਵਾਂਢੀ ਸੂਬੇ ਅੱਗੇ ਵੀ ਕੀਤੀ ਜਾਏਗੀ। ਤਰੁਣ ਜੀ, ਜਿਸ ਦਿਨ ਤੁਸੀਂ ਤੁਹਾਡੇ ਸੁਪਰੀਮੋ ਮਾਨਯੋਗ ਕੇਜਰੀਵਾਲ ਜੀ ਨੇ ਗਵਾਂਢੀ ਸੂਬੇ ਜਾ ਕੇ ਬਿਆਨ ਦਿੱਤਾ ਹੈ ਕਿ ਪੰਜਾਬ ਨੂੰ ਕਰਪਸ਼ਨ ਮੁਕਤ ਕਰ ਦਿੱਤਾ ਗਿਆ, ਉਸ ਤੋਂ ਕੁਝ ਦਿਨ ਬਾਅਦ ਤੁਹਾਡਾ ਮੰਤਰੀ ਕਰਪਸ਼ਨ 'ਚ ਫੜਿਆ ਜਾਂਦਾ ਹੈ। ਅਰੇ ਬਿਆਨ ਦੇਣ ਲੱਗੇ ਥੋੜਾ ਸੰਯਮ ਤਾਂ ਰੱਖੋ। ਇੱਕਦਮ ਕੋਈ ਸਟੇਟ ਕਰਪਸ਼ਨ, ਕੋਈ ਸਿਸਟਮ ਕਰਪਸ਼ਨ ਮੁਕਤ ਨਹੀਂ ਹੁੰਦਾ। ਮੈਂ ਇਮਾਨਦਾਰੀ ਨਾਲ ਇਹ ਗੱਲ ਮੰਨਦਾ ਕਿ ਕਰਪਸ਼ਨ ਹੈ ਸਿਸਟਮ 'ਚ, ਖਤਮ ਹੋਣ ਦੇ ਲਈ ਸਮੇਂ ਲੱਗਦਾ ਹੈ। ਗੱਪਾਂ ਤਾਂ ਨਾ ਮਾਰੋ, ਲੋਕਾਂ ਨੂੰ ਗੁੰਮਰਾਹ ਤਾਂ ਨਾ ਕਰੋ। ਹੁਣ ਤੁਸੀਂ ਇੱਕ ਨਵਾਂ ਸ਼ਿਕਵਾ ਛੱਡਿਆ। ਹੁਣ ਤੁਸੀਂ ਇਹ ਚੀਜ਼ ਮੰਨਦੇ ਹੋ ਨਾ ਕਿ ਹਰ ਚੀਜ਼ ਨੂੰ ਸਮਾਂ ਲੱਗਦਾ। ਭਾਈ ਸਾਹਿਬ, ਤੁਹਾਡੇ ਹੀ ਖੁਦ ਦੇ ਲੀਡਰ ਸਾਹਿਬਾਨ ਆ ਕੇ ਲੋਕਾਂ ਦੇ ਵਿੱਚ ਕਿਉਂ ਕਹਿੰਦੇ ਨੇ 1 ਮਹੀਨੇ ਦੇ ਵਿੱਚ ਕੁਝ ਨਹੀਂ ਕਰ ਪਾਏ? 70 ਸਾਲ ਦਾ ਤਾਣਾ ਬਾਣਾ ਤੁਸੀਂ ਕਹਿੰਦੇ ਹੋ, ਆਪਣੇ ਮੂੰਹ ਕਹਿੰਦੇ ਪਿਓ ਕਿ ਇੱਕਦਮ ਨਹੀਂ ਹੋ ਜਾਣਾ ਠੀਕ, ਤੇ ਫਿਰ ਤੁਸੀਂ ਬਿਆਨਬਾਜ਼ੀ ਕਿਉਂ ਕਰਦੇ ਹੋ? ਤਰੁਣ ਜੀ, ਤੁਹਾਡੀ ਕਰਪਸ਼ਨ ਨੂੰ ਲੈ ਕੇ ਤਾਜ਼ਾ ਜੋ ਬੜਾ ਮੀਡੀਆ ਤੇ ਵਾਇਰਲ ਹੋ ਰਿਹਾ, ਖਾਸ ਕਰ ਸੋਸ਼ਲ ਮੀਡੀਆ ਤੇ, ਇੱਕ ਕਮਰੇ ਦੀ ਬਿਲਡਿੰਗ ਹੈ, ਉਹ ਨੀਲੇ ਰੰਗ ਦੀ ਸੀ, ਸੁਵਿਧਾ ਕੇਂਦਰ ਸੀ ਸਾਡਾ। ਉਹਨੂੰ ਪੇਂਟ ਕਰਨ ਤੇ ਤੁਸੀਂ 20 ਲੱਖ ਰੁਪਏ ਲਾਤਾ। 2 ਬ੍ਰਸ਼, 2 ਬਾਲਟੀਆਂ ਪੇਂਟ ਦੀਆਂ ਲੱਗਦੀਆਂ, 2 ਬੰਦੇ ਕਾਰੀਗਰ ਲੱਗਦੇ ਆ। ਕਿਆ 20 ਲੱਖ ਰੁਪਏ ਦੀ ਕਾਸਟ ਬਣੇਗੀ ਕਿਆ? ਅਰੇ ਨੀਲੇ ਤੋਂ ਲਾਲ ਰੰਗ ਕਰਨ ਦੀ ਲੋੜ ਕਿਆ ਸੀ? ਇਹ ਕਰਪਸ਼ਨ ਨਹੀਂ ਹੈ ਤੇ ਹੋਰ ਕੀ ਹੈ ਮੇਰੇ ਭਾਈ? ਉਹ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖ ਲਈ, ਉਹ ਫੋਟੋਜ਼ ਤਾਂ ਦੇਖ ਲਈਆਂ ਕਿ ਜਿੱਥੇ ਸੁਵਿਧਾ ਸੈਂਟਰ ਨੂੰ ਰੰਗ ਕਰਕੇ ਬਣਾਤਾ। ਪਰ ਜਿਹੜੇ ਸਾਡੇ ਮਾਨਯੋਗ ਮੰਤਰੀ ਸਾਹਿਬਾਨ ਨੇ, ਕੈਬਨਿਟ ਮੰਤਰੀ ਨੇ, ਉਸ ਤੋਂ ਬਾਅਦ ਲਾਈਵ ਹੋ ਕੇ ਸਬੂਤ ਦਿੱਤੇ ਨੇ। ਉਹ ਕਹਿੰਦੇ ਨੇ ਕਿ 144 ਕਰੋੜ ਦੀਆਂ ਬਿਲਡਿੰਗਸ ਬਿਨਾਂ ਯੂਜ਼ ਤੋਂ ਬਣਾ ਕੇ ਖੜੀਆਂ ਕਰ ਦਿੱਤੀਆਂ ਗਈਆਂ। ਉਹਨਾਂ ਕੋਈ ਯੂਜ਼ ਨਹੀਂ ਸੀ। ਜੇ ਉਹਨਾਂ ਨੂੰ 144 ਕਰੋੜ ਦਾ ਜਿਹੜਾ ਖੰਡਰ ਬਣ ਜਾਣਾ ਸੀ ਹੋਰ 2-4-5 ਮਹੀਨਿਆਂ ਨੂੰ, ਉਹਨੂੰ ਜੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਬਣਾ ਕੇ ਕਿਤੇ ਯੂਜ਼ ਕਰ ਲਿਆ ਤੇ ਕੀ ਮਾੜਾ ਕੀਤਾ ਉਹਨਾਂ ਨੇ? ਕ੍ਰੈਡਿਟ ਦਿਓ ਨਾ, ਇੱਕ ਟਵੀਟ ਕਰੋ ਨਾ, ਧੰਨਵਾਦ। ਅਸੀਂ ਧੰਨਵਾਦ ਕਰਦੇ ਪਿਛਲੀ ਸਰਕਾਰ ਨੇ ਜਿਹਨੇ ਸਾਨੂੰ ਬੜਾ ਇਨਫਰਾਸਟ੍ਰਕਚਰ ਦਿੱਤਾ ਹੈ। ਜੀ ਤਰਨਪਾਲ ਜੀ, ਜਦੋਂ ਆਪਾਂ ਕਿਸੇ ਬਣੀ ਹੋਈ ਚੀਜ਼ ਨੂੰ ਰੈਨੋਵੇਟ ਕਰਦੇ ਆ ਨਾ, ਆਪਾਂ ਇਹ ਕਹਿੰਦੇ ਆ ਕਿ ਆਪਾਂ ਉਹਦੀ ਮੁਰੰਮਤ ਕਰ ਦਿੱਤੀ। ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਨਵੀਆਂ ਚੀਜ਼ਾਂ ਦਾ ਨਿਰਮਾਣ ਕਰ ਦਿੱਤਾ। ਇਹ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਸੀਂ ਨਵੀਆਂ ਬਿਲਡਿੰਗਸ ਦਾ ਨਿਰਮਾਣ ਕਰ ਦਿੱਤਾ। ਅਸੀਂ ਸੁਵਿਧਾ ਸੈਂਟਰ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲਿਆ ਗਿਆ ਹੈ। ਇਹਦਾ ਮਤਲਬ ਹੈ ਕਿ ਉਹਦਾ ਨਿਰਮਾਣ ਹੀ ਕੀਤਾ ਗਿਆ ਹੈ। ਜੇ ਤਾਂ ਉਹਨੂੰ ਰਿਪੇਅਰ ਕਰਕੇ ਦੁਬਾਰਾ ਸੁਵਿਧਾ ਸੈਂਟਰ ਬਣਾਇਆ ਜਾਂਦਾ ਤੇ ਅਸੀਂ ਜ਼ਰੂਰ ਕਹਿੰਦੇ ਕਿ ਉਹ ਰਿਪੇਅਰ ਕਰਕੇ ਉਹਨਾਂ ਨੂੰ ਸੁਵਿਧਾ ਸੈਂਟਰ ਚਲਾ ਦਿੱਤੇ ਗਏ। ਪਰ ਜਿਹੜੇ ਸੁਵਿਧਾ ਸੈਂਟਰ 100 ਤੋਂ ਜ਼ਿਆਦਾ ਸੁਵਿਧਾ ਸੈਂਟਰ, ਕਰਪਸ਼ਨ ਇੱਥੇ ਵੀ ਆਉਂਦੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਸਟਰਕਸ਼ਨ ਕਰ ਦਿੱਤੀ ਜਾਂਦੀ ਸੀ ਕਿਉਂਕਿ ਉਹਦੇ ਵਿੱਚੋਂ ਕਮਿਸ਼ਨ ਆਉਂਦੀ ਸੀ। ਪਰ ਸਾਡੀ ਸਰਕਾਰ ਕਹਿੰਦੀ ਹੈ ਜਿਹੜੀਆਂ ਬਿਲਡਿੰਗਸ ਬਣ ਚੁੱਕੀਆਂ ਨੇ ਜਾਂ ਉਹ ਬਣਨ ਦੇ ਅਧੀਨ ਨੇ, ਜੇ ਉਹਨਾਂ ਨੂੰ ਵਰਤ ਕੇ ਅਸੀਂ ਕਿਸੇ ਹੋਰ ਚੀਜ਼ ਦੇ ਵਿੱਚ ਯੂਜ਼ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਮਾੜਾ ਕੀ ਹੈ? ਲੋਕਾਂ ਦਾ ਪੈਸਾ ਬਚਾਉਣਾ ਤਾਂ ਅਸੀਂ ਲੋਕਾਂ ਦਾ ਪੈਸਾ ਹੀ। ਅਗਲਾ ਸਵਾਲ ਮੋਹਿਤ ਜੀ ਨੂੰ ਪੁੱਛਣ ਵਾਲੀ ਆ। ਮੋਹਿਤ ਜੀ, ਕੇਜਰੀਵਾਲ ਜੀ ਸਿੰਗਾਪੁਰ ਜਾਣਾ ਚਾਹੁੰਦੇ ਸਨ, ਉਹਨਾਂ ਦਾ ਇਹ ਟ੍ਰਿਪ ਕਿਉਂ ਰੋਕਿਆ ਗਿਆ? ਕਿਤੇ ਨਾ ਕਿਤੇ ਇਹ ਵੀ ਸੁਣਨ ਚ ਆਇਆ ਕਿ ਸਿੰਗਾਪੁਰ ਜਾ ਕੇ ਉਹਨਾਂ ਨੇ ਦਿੱਲੀ ਮਾਡਲ ਦੀ ਗੱਲ ਕਰਨੀ ਸੀ। ਕੀ ਕੇਂਦਰ ਦੀ ਸਰਕਾਰ ਨੂੰ ਉਹਨਾਂ ਦੇ ਦਿੱਲੀ ਮਾਡਲ ਤੋਂ ਡਰ ਲੱਗਦਾ ਹੈ? ऐसा है, सेंटर ਦੀਆਂ ਬਹੁਤ ਸਾਰੀਆਂ ਲੀਗਲ ਰਿਕੁਆਇਰਮੈਂਟਸ ਹੁੰਦੀਆਂ ਨੇ, ਬਹੁਤ ਸਾਰੀਆਂ। ਅਗਰ ਸਟੇਟ ਇਸੇ ਤਰ੍ਹਾਂ ਜਾ ਕਰਕੇ ਇੰਟਰਨੈਸ਼ਨਲ ਕਾਨਫਰੰਸ 'ਚ ਸਟੇਟ ਰਿਪਰੈਜ਼ੈਂਟ ਕਰੇਗੀ ਤਾਂ ਫਿਰ ਇਸ ਦੇਸ਼ ਨੂੰ, ਜਿਸ ਨੂੰ ਭਾਰਤ ਹੈ, ਭਾਰਤ ਨੇ ਰਿਪਰੈਜ਼ੈਂਟ ਕਰਨਾ ਹੈ, ਐਸੀ ਕੋਈ ਉਹ ਵਿਕਲਪ ਹੀ ਨਹੀਂ ਰਹਿ ਜਾਏਗਾ। ਕਿਸੇ ਵੀ ਸਟੇਟ ਨੇ ਕਿਸੇ ਵੀ ਮਾਡਲ ਦੀ ਚਰਚਾ ਕਰਨੀ ਹੈ, ਕਿਸੇ ਵੀ ਵਿਸ਼ੇ ਤੇ ਗੱਲ ਰੱਖਣੀ ਹੈ, ਉਹਦੀਆਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਮਾਨਯੋਗ ਕੇਜਰੀਵਾਲ ਜੀ ਨੇ, ਉਹਨਾਂ ਦੇ ਡਿਪਾਰਟਮੈਂਟ ਨੇ ਉਹ ਪੂਰੀਆਂ ਨਹੀਂ ਕੀਤੀਆਂ। ਟਾਈਮ ਸ਼ਾਰਟ ਦੇ ਵਿੱਚ ਉਹਨਾਂ ਨੇ ਰਿਕੁਐਸਟ ਭੇਜੀ, ਇਸ ਕਰਕੇ ਉਹਨਾਂ ਦੀ ਡਿਕਲਾਈਨ ਹੋਈ ਹੈ। ਔਰ ਜਿੱਥੋਂ ਤੱਕ ਕੇਜਰੀਵਾਲ ਮਾਡਲ ਦੀ ਗੱਲ ਹੈ, ਪੂਰਾ ਦੇਸ਼ ਜਾਣਦਾ ਹੈ। ਅਸੀਂ ਪੜ੍ਹਾਈ ਦੇ ਵਿੱਚ CBSE ਦਾ ਜੋ ਰਿਜ਼ਲਟ ਹੈ ਟੌਪ 10 ਚੋਂ ਬਾਹਰ ਹੋ ਗਏ ਆ। ਇਹਨਾਂ ਦਾ ਮਾਡਲ ਬੜਾ ਜ਼ਬਰਦਸਤ ਹੈ। ਅਗਰ ਹੁਣੇ ਮੇਰੇ ਭਾਈ ਸਾਹਿਬ ਹੱਸ ਰਹੇ ਨੇ, ਮੈਂ ਇਹਨਾਂ ਨੂੰ ਹੱਸਣ ਦਾ ਹੋਰ ਮੌਕਾ ਦੇਵਾਂਗਾ। ਤੁਸੀਂ ਬੜੇ ਤਾਰੀਫ ਕੀਤੀ ਮੁਹੱਲਾ ਕਲੀਨਿਕ, ਦਿੱਲੀ ਦਾ ਮਾਡਲ ਦੀ ਗੱਲ ਕਰ ਰਹੇ ਨੇ। ਜੋ ਸਿੰਗਾਪੁਰ ਜਾ ਕੇ ਅਸੀਂ ਕਿਆ ਦਿਖਾਣਾ ਹੈ? ਦਿੱਲੀ ਮਾਡਲ ਦਿਖਾਣਾ ਹੈ। ਦਿੱਲੀ ਮਾਡਲ ਯਾਨੀ ਕਿ ਮੁਹੱਲਾ ਕਲੀਨਿਕ ਵਰਲਡ ਵਾਈਡ ਅਸੀਂ ਫੇਮਸ ਆ। ਹੁਣੇ ਤਾਂ ਮੈਨੂੰ ਭਗਵੰਤ ਮਾਨ ਜੀ ਨੇ, ਸਾਡੇ ਮਾਨਯੋਗ CM ਨੇ ਕਿਹਾ ਕਿ ਅਮਰੀਕਾ ਵੀ ਸਾਡੇ ਕੋਲ ਮੁਹੱਲਾ ਕਲੀਨਿਕ ਦੀ ਮੰਗ ਕਰ ਰਿਹਾ।
ऐसे जी, मॉडल क्या- की मांग कर रहा है। अरे भैया अगर इस तरह का मॉडल अमेरिका ਮੰਗ ਰਿਹਾ ਹੈ, ਇੰਨਾ ਸਫਲ ਮਾਡਲ ਹੈ, ਤਾਂ ਸਾਡੇ ਢਿੱਡ 'ਚ ਥੋੜਾ ਜਿਹਾ ਦਰਦ ਹੋਇਆ ਮਾਨਯੋਗ ਮੁੱਖ ਮੰਤਰੀ ਜੀ ਦੇ, ਤੇ ਅਸੀਂ ਸਿੱਧਾ ਜਾ ਕੇ ਅਪੋਲੋ ਹਸਪੀਟਲ ਕਿਉਂ ਦਾਖਲ ਹੋਏ? ਅਸੀਂ ਕਿਉਂ ਨਹੀਂ ਉਸ ਮੁਹੱਲਾ ਕਲੀਨਿਕ ਦੇ ਵਿੱਚ ਗਏ? ਔਰ ਕੇਜਰੀਵਾਲ ਜੀ ਲਾਈਵ ਕਹਿ ਰਹੇ ਨੇ ਕਿ ਹੁਣ ਦਿੱਲੀ ਦਾ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਾਈਵੇਟ ਹਸਪੀਟਲ ਨਾਮ ਲੈ ਕੇ ਕਹਿ ਰਹੇ ਨੇ ਮੈਕਸ ਦੇ ਵਿੱਚ ਜਾਂ ਅਪੋਲੋ ਦੇ ਵਿੱਚ ਨਹੀਂ ਜਾਏਗਾ। ਇੱਥੋਂ ਦੇ ਹਸਪੀਟਲ ਮੁਹੱਲਾ ਕਲੀਨਿਕ ਇੰਨੇ ਸક્ષਮ ਨੇ, ਉੱਥੇ ਇਲਾਜ ਕਰਾਏਗਾ। ਤਾਂ ਭਈਆ ਤੁਹਾਡੇ ਸਤਿੰਦਰ ਜੈਨ ਜੀ ਸਭ ਜਾਣਦੇ ਆ, ਜਗ ਜ਼ਾਹਿਰ ਹੈ, ਆਪਣਾ ਇਲਾਜ ਕਰਾਉਣ ਕਿੱਥੇ ਜਾਂਦੇ ਨੇ? ਦਿੱਲੀ ਦੇ ਮੰਤਰੀ ਮੈਕਸ ਦੇ ਵਿੱਚ, ਭਗਵੰਤ ਮਾਨ ਜੀ ਅਪੋਲੋ ਦੇ ਵਿੱਚ। ਅਰੇ ਗੁੰਮਰਾਹ ਕਰਨਾ ਜਵਾਬ ਜ਼ਰੂਰ ਦਊਂਗਾ ਜਵਾਬ ਤੇ ਮੈਂ ਦੇਤਾ ਤੁਹਾਡਾ। ਹੁਣ ਤੁਹਾਡਾ ਮਾਡਲ ਗੁੰਮਰਾਹ ਕਰਨ ਵਾਲਾ ਮਾਡਲ ਸਫਲ ਹੈ, ਉਹ ਚੀਜ਼ ਮੈਂ ਮੰਨਦਾ। ਦੇਖੋ ਮੁਹੱਲਾ ਕਲੀਨਿਕ ਇੱਕ ਬੇਸ ਕਲੀਨਿਕ ਹੁੰਦਾ ਹੈ, ਨਾ ਕਿ ਉੱਥੇ ਵੱਡੇ ਵੱਡੇ ਆਪਰੇਟ ਕੀਤੇ ਜਾਂਦੇ ਨੇ। ਮੁਹੱਲਾ ਕਲੀਨਿਕ ਦਾ ਮਤਲਬ ਹੁੰਦਾ ਕਿ ਜੇ ਛੋਟੀ 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 ਜਿਹੀ ਇਨਫੈਕਸ਼ਨ ਸੀ, ਮਾਨ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, ਆਪਰੇਸ਼ਨ ਦੀ ਲੋੜ ਪੈ ਗਈ ਸੀ। ਸਾਰੇ ਟੈਸਟ ਜਿਹੜੇ ਨੇ ਮੁਹੱਲਾ ਕਲੀਨਿਕਸ ਦੇ ਵਿੱਚ ਕੀਤੇ ਜਾਂਦੇ ਨੇ। ਜੇ ਕੋਈ ਵੱਡਾ ਆਪਰੇਟ ਕਰਨਾ ਪਏਗਾ ਤਾਂ ਓਬਵੀਅਸ ਹੈ ਕਿ ਉਹ ਕਿਸੇ ਨਾ ਕਿਸੇ ਭਗਵੰਤ ਮਾਨ ਜੀ ਦਾ ਕੀ ਆਪਰੇਟ ਹੋਇਆ? ਮੈਂ ਭਗਵੰਤ ਮਾਨ ਜੀ ਦੀ ਵੀ ਗੱਲ ਤੇ ਕਰਾਂਗਾ। ਛੋਟੀ ਜਿਹੀ ਇਨਫੈਕਸ਼ਨ ਆਪ ਮੰਨਿਆ ਉਹਨਾਂ ਨੇ। ਅਗਰ ਇਹ ਮੁਹੱਲਾ ਕਲੀਨਿਕ ਇਨਫੈਕਸ਼ਨ ਠੀਕ ਨਹੀਂ ਕਰ ਸਕਦੇ, ਇਹ ਤਾਂ ਸਾਨੂੰ 5 ਦਿਨ ਰੱਖਣ ਦੀ ਜਾਂ ਆਈਸੀਯੂ ਦੇ ਵਿੱਚ ਰੱਖਣ ਦੀ ਜਾਂ ਕੋਈ ਕ੍ਰਿਟੀਕਲ ਕੰਡੀਸ਼ਨ ਹੈ ਉਹਦੇ ਵਿੱਚ ਰੱਖਣ ਦੀ ਸੁਵਿਧਾ ਨਹੀਂ ਹੁੰਦੀ ਕਦੇ ਵੀ। ਮੁਹੱਲਾ ਕਲੀਨਿਕ ਬੇਸ ਕਲੀਨਿਕ ਹੁੰਦਾ ਹੈ, ਮਤਲਬ ਕਿ ਦੇਸ਼ ਦੀ ਹੈਗੇ ਆਮ ਸਧਾਰਨ ਜਿਹੀ ਗੱਲ ਹੈ। ਤੁਸੀਂ ਇਮੀਡੀਏਟ ਜਾ ਸਕਦੇ ਹੋ ਤੇ ਦਿੱਲੀ ਤੁਹਾਨੂੰ ਬਾਅਦ ਆਪਾਂ ਨੂੰ ਡਿਸਪੈਂਸਰੀ ਮੰਨ ਸਕਦੇ ਆ, ਦਿੱਲੀ ਦੇ ਜਿਵੇਂ ਥਾਂ ਥਾਂ ਡਿਸਪੈਂਸਰੀਆਂ ਖੁੱਲੀਆਂ ਉਹੀ ਮੰਨ ਸਕਦੇ ਆ ਨਾ ਆਪਾਂ ਇਹਨਾਂ ਨੂੰ। ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ, ਦਿੱਲੀ ਦੇ ਮਤਲਬ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਆ ਰਿਹਾ, ਅਮਰੀਕਾ ਦੇ ਗੱਪਾਂ ਹੀ ਮਾਰ ਰਹੇ ਆ। ਮੁਹੱਲਾ ਕਲੀਨਿਕ ਦੇ ਵਿੱਚ ਜਾਂਦੇ ਹੋ, ਜਿਹੜੀ ਚੀਜ਼ ਉੱਥੇ ਅਵੇਲੇਬਲ ਨਹੀਂ ਹੈ, ਤੁਹਾਨੂੰ ਜ਼ਰੂਰਤ ਪੈਂਦੀ ਹੈ, ਤਾਂ ਉੱਥੋਂ ਹੀ ਐਂਬੂਲੈਂਸ ਬੁਲਾ ਕੇ ਤੁਹਾਨੂੰ ਹਸਪੀਟਲ ਲਿਜਾਇਆ ਜਾਂਦਾ, ਉੱਥੋਂ ਤੁਹਾਡਾ ਫ੍ਰੀ ਇਲਾਜ ਕਰਵਾ ਕੇ ਵਾਪਸ ਉਸੇ ਥਾਂ ਦੇ ਉੱਤੇ ਲੈ ਕੇ ਆਇਆ ਜਾਂਦਾ। ਇਹ ਮੁਹੱਲਾ ਕਲੀਨਿਕ ਮਾਡਲ ਹੈ। ਤੁਸੀਂ ਇਸ ਨੂੰ ਮਿਸਗਾਈਡ ਨਾ ਕਰੋ ਲੋਕਾਂ ਦੇ ਵਿੱਚ ਕਿ ਮੁਹੱਲਾ ਕਲੀਨਿਕ ਆ ਜਾਓਗੇ ਤਾਂ ਤੁਹਾਡਾ ਵੱਡਾ ਆਪਰੇਸ਼ਨ ਉੱਥੇ ਹੀ ਹੋ ਜਾਏਗਾ। ਦਿੱਲੀ ਦੇ ਲੋਕ ਅਪੋਲੋ ਮੈਕਸ ਕਿਉਂ ਨਹੀਂ ਜਾਣਗੇ? ਤੁਹਾਡੇ ਸੁਪਰੀਮੋ ਨੇ ਕਿਹਾ ਅਪੋਲੋ ਮੈਕਸ ਕਿਉਂ ਨਹੀਂ ਜਾਣਗੇ? ਮੁਹੱਲਾ ਕਲੀਨਿਕ ਸਫੀਸ਼ੀਐਂਟ ਨੇ। ਇਸ ਤਰ੍ਹਾਂ ਦਾ ਕਿਉਂਕਿ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ, ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਨਜ਼ਦੀਕੀ ਮੁਹੱਲਾ ਕਲੀਨਿਕ 'ਚ ਜਾਓਗੇ। ਜੇ ਮੇਰੇ ਘਰ ਤੋਂ 50 ਕਿਲੋਮੀਟਰ ਦੂਰ ਅਪੋਲੋ ਹੈ ਤਾਂ ਮੈਂ ਪਹਿਲਾਂ, ਜੇ ਮੇਰੇ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਤਾਂ ਮੈਂ ਅਪੋਲੋ ਨਹੀਂ ਭੱਜੂਗਾ, ਮੈਂ ਮੁਹੱਲਾ ਕਲੀਨਿਕ ਦੇ ਵਿੱਚ ਹੀ ਜਾਊਂਗਾ। ਤੇ ਮੈਨੂੰ ਲੱਗਦਾ ਕਿ ਉੱਥੇ ਦੇ ਡਾਕਟਰਸ ਨੂੰ ਲੱਗਦਾ, ਜਿਹੜੇ ਚੰਗੇ ਡਾਕਟਰਸ ਬੈਠੇ ਨੇ, ਉਹ ਲੱਗਦਾ ਕਿ ਹਾਂ ਮੈਨੂੰ ਕੋਈ ਹੋਰ ਜ਼ਿਆਦਾ ਪ੍ਰੋਬਲਮ ਹੈ ਤਾਂ ਮੈਨੂੰ ਜ਼ਰੂਰ ਕਿਤੇ ਨਾ ਕਿਤੇ ਰੈਫਰ ਕਰਨਗੇ। ਸਾਡੇ ਸਹਿਰਦ ਬੁਲਾਰਿਆਂ ਵਾਸਤੇ ਮੇਰੇ ਕੋਲ ਇੱਕ ਜਿਹੜਾ ਮੇਨ ਸਵਾਲ ਹੈ, ਜਿਹੜਾ ਮੈਂ ਬਾਰ-ਬਾਰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਤਰਨਪਾਲ ਜੀ ਕੋਲੇ ਜਾਣਨਾ ਚਾਹੁੰਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਕੋਈ ਖਾਸੀਅਤ ਦੱਸੋ, ਤੇ ਇਸੇ ਤਰੀਕੇ ਨਾਲ ਮੈਂ ਇੱਕ ਖਾਸੀਅਤ ਪੁੱਛਣੀ ਚਾਹੂੰਗਾ ਪੋਜ਼ਿਟਿਵਲੀ। ਤੁਸੀਂ ਕਿਹੜੀ ਖਾਸੀਅਤ ਦੱਸਣਾ ਚਾਹੋਗੇ ਮੋਹਿਤ ਭਾਰਦਵਾਜ ਜੀ ਕੋਲੋਂ, ਤੁਸੀਂ ਅਰਵਿੰਦ ਕੇਜਰੀਵਾਲ ਦੀ ਦੱਸਣੀ ਜੀ? ਦੱਸੋ ਮੋਹਿਤ ਜੀ। ਮੇਰੇ ਸਾਥੀ ਪਹਿਲਾਂ ਦੱਸ ਦੇਣਗੇ ਉਹਦੇ। ਪਹਿਲਾ ਸਵਾਲ ਜਿਹੜਾ ਤਰਨਪਾਲ ਜੀ ਨੂੰ। ਠੀਕ ਹੈ, ਮੈਂ ਦੱਸ ਦਿੰਦਾ ਜੀ, ਕੋਈ ਗੱਲ ਨਹੀਂ, ਕੋਈ ਨਹੀਂ, ਮੈਂ ਦੱਸ ਦਿੰਦਾ। ਦੇਖੋ ਪਹਿਲੀ ਗੱਲ ਤਾਂ ਇਹ, ਅਰਵਿੰਦ ਕੇਜਰੀਵਾਲ ਜੀ ਦੀ ਗੱਲ ਇਹ ਖੁਦ ਐਡਮਿਟ ਕਰਦੇ ਨੇ ਕਿ ਇੱਕ ਇਮਾਨਦਾਰ ਸਰਕਾਰ ਹੈ, ਇਮਾਨਦਾਰ ਬੰਦਾ, ਪੜ੍ਹਿਆ ਲਿਖਿਆ ਬੰਦਾ ਹੈ। ਠੀਕ ਹੈ ਜੀ, ਇਹ ਤਾਂ ਉਹਨਾਂ ਦੀ ਖਾਸੀਅਤ ਹੈ ਹੀ ਹੈ, ਔਰ ਹਮੇਸ਼ਾ ਪਿਛਲੇ ਸਮੇਂ ਤੋਂ ਵੀ ਅਸੀਂ ਦੇਖੀ ਹੈ, ਅੱਗੇ ਵੀ ਦੇਖਦੇ ਆਵਾਂਗੇ। ਦੂਸਰੀ ਗੱਲ, ਤੁਸੀਂ ਪੁੱਛਿਆ ਕਿ ਪ੍ਰਧਾਨ ਮੰਤਰੀ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਖਾਸੀਅਤ ਕੀ ਹੈ, ਤੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ, ਕਿਉਂਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਚੇਅਰ ਦਾ ਬਹੁਤ ਰਿਸਪੈਕਟ ਹੈ, ਉਹਨਾਂ ਦੇ ਅਹੁਦੇ ਦਾ ਬਹੁਤ ਰਿਸਪੈਕਟ ਹੈ, ਉਹਨਾਂ ਦੀ ਵੀ ਰਿਸਪੈਕਟ ਹੈ। ਅਸੀਂ ਕਿਸੇ ਬੰਦੇ ਬਾਰੇ ਕੁਝ ਵੀ ਗਲਤ ਟਿੱਪਣੀ ਕਰੀਏ ਤੇ ਮੈਨੂੰ ਲੱਗਦਾ ਕਿ ਅਸੀਂ ਉਨੇ ਜੋਗੇ ਨਹੀਂ, ਪਰ ਪ੍ਰਧਾਨ ਮੰਤਰੀ ਜੀ ਦੀਆਂ ਜਿਹੜੀਆਂ ਨੀਤੀਆਂ ਨੇ, ਜੇ ਉਹ ਲੋਕ ਮਾਰੂ ਨੀਤੀਆਂ ਨੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਸਭ ਤੋਂ ਵੱਡੀ ਖਾਮੀ ਹੈ, ਤੇ ਜੇ ਉਹ ਲੋਕ ਮਾਰੂ ਨੀਤੀਆਂ ਨਹੀਂ ਤੇ ਉਹ ਕਿਉਂ ਉਹਨੂੰ ਸਪਸ਼ਟੀਕਰਨ ਕਿਉਂ ਨਹੀਂ ਦੇ ਪਾਉਂਦੇ ਲੋਕਾਂ ਦੇ ਵਿੱਚ, ਇਹ ਖਾਮੀ ਜ਼ਰੂਰ ਹੈ ਉਹਨਾਂ ਦੇ ਵਿੱਚ। ਹਾਂਜੀ ਮੋਹਿਤ ਜੀ। ਐਸਾ ਹੈ, ਇਹਨਾਂ ਨੇ ਆਪਣੇ ਆਪ ਨੂੰ ਸੈਲਫ ਸਰਟੀਫਿਕੇਟ ਦੇਣਾ, ਇਹਨੂੰ ਹੀ ਕਹਿੰਦੇ ਆ ਕਿ ਮੈਂ ਪਾਸ ਹਾਂ, ਮੇਰਾ ਗ੍ਰੇਡ 1 ਹੈ। ਸੈਲਫ ਸਰਟੀਫਿਕੇਟ ਕੇਜਰੀਵਾਲ ਜੀ ਨੇ ਦਿੱਤਾ, ਕਿਸੇ ਨੇ ਐਸਾ ਨਹੀਂ ਕਿਹਾ ਕਿ ਉਹ ਕਰਪਟ ਨਹੀਂ ਹੈ। ਉਹ ਤਾਂ ਆਪਣੇ ਆਪ ਨੂੰ ਖੁਦ ਕਹਿ ਰਹੇ ਨੇ ਕਿ ਮੇਰੇ ਡਿਪਟੀ ਸੀਐਮ ਤੇ ਈਡੀ ਦੀ ਰੇਡ ਪੈ ਸਕਦੀ ਹੈ, ਡਾਟਾ ਅਸੀਂ ਦਿੱਤਾ ਹੈ। ਔਰ ਦੂਸਰਾ, ਮਾਨनीय ਪ੍ਰਧਾਨ ਮੰਤਰੀ ਮੋਦੀ ਜੀ ਦੀ ਜੇ ਮੈਂ ਗੱਲ ਕਰਾਂ, 96-97 ਚ ਸ਼ਾਇਦ ਉਹ ਗੁਜਰਾਤ ਦੀ ਪੋਲਿਟਿਕਸ ਚ ਆਏ ਨੇ, ਉਸ ਤੋਂ ਪਹਿਲਾਂ ਸੰਘ ਦੇ ਪ੍ਰਚਾਰਕ ਸੀਗੇ। ਔਰ ਉਸ ਤੋਂ ਬਾਅਦ ਗੁਜਰਾਤ ਦੀ ਜੋ ਇਲੈਕਸ਼ਨ ਉਹਨਾਂ ਦੀ ਰਹਿਨੁਮਾਈ ਹੇਠ ਲੜੀ ਗਈ ਹੈ, 2014 ਤੱਕ ਅਸੀਂ ਕਦੇ ਚੁਣਾਵ ਨਹੀਂ ਹਾਰੇ। ਲੋਕ ਉਹਨਾਂ ਦਾ ਸੁਸ਼ਾਸਨ, ਉਹਨਾਂ ਦੀ ਗਵਰਨੈਂਸ ਮਾਡਲ ਨੂੰ ਲਾਈਕ ਕਰਦੇ ਨੇ। ਉਸ ਤੋਂ ਬਾਅਦ 14 ਤੋਂ ਲੈ ਕਰਕੇ 22 ਆ ਗਿਆ, ਦਿੱਲੀ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਚੁਣਾਵ ਲੜ ਰਹੇ ਹਾਂ। ਮਤਲਬ 1996-97 ਦਾ ਇਹ ਟਰੈਕ ਚੱਲ ਰਿਹਾ, ਜੋ ਪ੍ਰਮਾਣ ਪੱਤਰ ਹੈ ਕਿ ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਸ ਦੇਸ਼ ਦੇ ਲੋਕ ਚਾਹੁੰਦੇ ਨੇ, ਉਹਨਾਂ ਦੀਆਂ ਨੀਤੀਆਂ ਲੋਕ ਪੱਖੀ ਨੇ, ਉਹਨਾਂ ਨੂੰ ਲੋਕ ਪਿਆਰ ਕਰਦੇ ਨੇ। ਇਸ ਦੇਸ਼ ਦੇ ਬਹੁਤ ਬੜੇ ਸੁਪਰੀਮ ਲੀਡਰ ਨੇ, ਐਸੇ ਲੋਕ ਉਹਨਾਂ ਨੂੰ ਮੰਨਦੇ ਨੇ। ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਖਾਸੀਅਤ ਹੈ। ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇਮਾਨਦਾਰ ਹੋਏ, ਉਹਦੇ ਅੱਗੇ ਪਿੱਛੇ ਕੋਈ ਕਰਪਸ਼ਨ ਦਾ ਚਾਰਜ ਨਾ ਹੋਏ। ਬਹੁਤ ਵੱਡੀ ਗੱਲ ਕਹਿ ਰਿਹਾ, 8 ਸਾਲ ਦਾ ਕੇਂਦਰੀ ਨੇਤਰਤਵ, ਇੱਕ ਵੀ ਕਰਪਸ਼ਨ ਦਾ ਚਾਰਜ ਕੇਂਦਰ ਦੀ ਲੀਡਰਸ਼ਿਪ ਤੇ ਨਹੀਂ ਹੈ। ਇਹ ਬਹੁਤ ਬੜੀ ਸਾਡੀ, ਅਸੀਂ ਵਿਦ ਫੈਕਟਸ ਕਹਿ ਰਹੇ ਹਾਂ, ਸਾਡੇ ਪ੍ਰਧਾਨ ਮੰਤਰੀ ਜੀ ਲੋਕਪ੍ਰਿਯ ਨੇ, ਇਮਾਨਦਾਰ ਨੇ, ਔਰ
ਗਤੀਸ਼ੀਲ ਸੋਚ ਲੈ ਕਰਕੇ ਲੋਕਾਂ 'ਚ ਵਿਚਰ ਰਹੇ ਨੇ ਜੀ। ਮੋਦੀ ਸਦੀਕ ਆਤੰਕਵਾਦੀ ਤੋਂ ਕੇਜਰੀਵਾਲ ਵੀ ਹੈਗੇ ਨੇ। ਹਾਂਜੀ ਜੀ ਉਹ ਦੇਖੋ ਉਹਨਾਂ ਦਾ ਇੱਕ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦੇ, ਫਿਲਹਾਲ ਹੁਣ ਤੱਕ ਹਾਲ ਦੀ ਘੜੀ ਤੱਕ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਅਕਸ ਵੀ ਸਾਫ਼ ਹੈ। ਦੋਨੇ ਲੀਡਰ ਜਿਹੜੇ ਇਮਾਨਦਾਰ ਮੰਨੇ ਜਾਂਦੇ ਨੇ। ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦੇ ਨੇ ਕਿ ਜਿੱਥੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਪਣਾ ਅਕਸ ਜਿਹੜਾ ਜਨਤਾ ਦੇ ਵਿੱਚ ਪ੍ਰਭਾਵਿਤ ਕਰ ਚੁੱਕੀ ਹੈ, ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਕੇਜਰੀਵਾਲ ਜੀ ਨਰਿੰਦਰ ਮੋਦੀ ਜੀ ਦੇ ਮੁਕਾਬਲੇ ਤੇ ਕਾਂਗਰਸ ਪਾਰਟੀ ਜਿਹੜੀ ਕਮੀ ਹੈ ਕੀ ਉਹਨੂੰ ਪੂਰੀ ਕਰਨਗੇ? ਕੀ ਲੋਕਤੰਤਰ ਲਈ ਚੰਗਾ ਸਾਈਨ ਹੈ ਅਰਵਿੰਦ ਕੇਜਰੀਵਾਲ ਦਾ ਕੀ ਹੈ? honestly by admitting this fact ਕਿ ਅਰਵਿੰਦ ਕੇਜਰੀਵਾਲ ਜੀ, ਮੈਂ ਔਨ ਰਿਕਾਰਡ ਕਹਿ ਰਿਹਾ ਪਰਸਨਲੀ ਐਜ਼ ਅ ਮੈਨ, ਉਹ ਹਲੇ ਤੱਕ ਓਨੈਸਟ ਨੇ। ਹਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਐਲੀਗੇਸ਼ਨ ਉਹਨਾਂ ਦੇ ਉੱਤੇ ਨਹੀਂ ਹੈ। ਮੈਂ ਵੀ ਮਾਨੇ ਮੋਦੀ ਜੀ ਸਮਾਨਤਾ ਇੱਥੇ ਆ ਗਈ, ਦੋਨਾਂ ਦੇ ਉੱਤੇ ਕੋਈ ਉਹ ਨਹੀਂ ਹੈ। ਬਾਕੀ ਜਿਹੜੀ ਗਵਰਨੈਂਸ ਦੀ ਗੱਲ ਹੈ, ਆਪਣੇ ਮੰਤਰੀ ਉਹਨਾਂ ਦੇ ਅਗਰ ਇਸ ਤਰ੍ਹਾਂ ਦੇ ਘੁਟਾਲਿਆਂ 'ਚ ਫਸ ਰਹੇ ਨੇ ਤਾਂ ਉੱਥੋਂ ਉਹਨਾਂ ਦੀ ਗਵਰਨੈਂਸ ਦੇ ਮਾਡਲ ਦੇ ਉੱਤੇ ਪ੍ਰਸ਼ਨ ਚਿੰਨ੍ਹ ਖੜਾ ਹੁੰਦਾ, ਜਿਹੜਾ ਮੈਂ ਕੰਪੈਰੀਜ਼ਨ ਕੀਤਾ ਕੇਂਦਰ ਦੇ ਮੰਤਰੀ ਮੰਡਲ ਦੇ ਨਾਲ। तो इस करके मैं क्या कि ਉਹਨਾਂ ਦੇ ਮਾਡਲ ਦੇ ਉੱਤੇ, ਗਵਰਨੈਂਸ ਦੇ ਉੱਤੇ, ਉਹਨਾਂ ਦੀ ਸਰਕਾਰ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਬਹੁਤ ਬੜਾ ਖੜਾ ਹੁੰਦਾ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੋਕਤੰਤਰਿਕ ਦੀ ਕਿ ਕਿਆ ਇਹ ਵਿਕਲਪ ਬਣ ਸਕਦੇ ਨੇ ਕਾਂਗਰਸ ਦਾ, तो ਮੈਨੂੰ ਲੱਗਦਾ ਹੈ ਇਹ ਬੜੀ ਜਲਦੀ ਹੋਏਗਾ। ਮੁੰਗੇਰੀ ਲਾਲ ਕੇ ਹਸੀਨ ਸੁਪਨੇ, ਕਿਉਂਕਿ ਇਹਨਾਂ ਦੀ ਸੂਬਾ ਸਟੇਟ ਜਿਹੜੀ ਨਾਲ ਦੀ ਸਾਡੀ ਗਵਾਂਢੀ ਸਟੇਟ ਹੈ ਹਿਮਾਚਲ ਪ੍ਰਦੇਸ਼, ਉੱਥੇ ਦੀ ਸਟੇਟ ਲੀਡਰਸ਼ਿਪ ਸੀ ਆਪਣੇ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਉਹਨਾਂ ਦੇ ਰਿਜ਼ਾਈਨ ਕਰ ਗਏ। ਰਿਜ਼ਾਈਨ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜ ਗਏ। ਪੰਜਾਬ ਦੇ ਵਿੱਚ ਸਕਸੈਸਫੁਲ ਇਸ ਕਰਕੇ ਹੋਏ ਨੇ, ਲੋਕਾਂ ਨੂੰ ਇਹਨਾਂ ਨੇ ਉਹ ਕਾਰਡ ਵੰਡੇ, ਗਰੰਟੀ ਕਾਰਡ, ਲੋਕਾਂ ਨੇ ਲੈਮੀਨੇਸ਼ਨ ਕਰਕੇ ਘਰਾਂ ਦੇ ਵਿੱਚ ਆਪਣੀ ਅਲਮਾਰੀਆਂ 'ਚ ਰੱਖ ਲਏ ਕਿ ਜਦੋਂ ਸਰਕਾਰ ਆਏਗੀ ਅਸੀਂ ਲੈ ਕੇ ਜਾਵਾਂਗੇ, ਦਿਖਾਵਾਂਗੇ ਇਹਨਾਂ ਦੇ ਵਿਧਾਇਕਾਂ ਨੂੰ ਸਾਨੂੰ 1000 ਰੁਪਏ ਮਿਲੇਗਾ। ਉਹ ਨਹੀਂ ਮਿਲਿਆ। तो इस करके वो जो गुमराह मिल जाएगा, वेट करो। 600 ਜਿਹੜੇ ਬਿਜਲੀ ਗਰੰਟੀ ਦੀ ਗੱਲ ਕੀਤੀ ਸੀ ਉਹ ਪੂਰੀ ਹੋ ਗਈ ਹੈ ਨਾ। सरकार बनते ही पंजाब में सभी को 300 यूनिट मुफ्त मिलेंगे, ये स्टेटमेंट रिमाइंड करा रहे हैं। विद एफिडेविट मिलेंगे, ਇਹਨੂੰ ਨਹੀਂ ਮਿਲਣਗੇ, ਐਸੀ ਕੋਈ ਸਟੇਟਮੈਂਟ ਨਹੀਂ ਸੀ। तो ਇਹ ਹਿਮਾਚਲ ਦੇ ਲੋਕਾਂ ਨੇ, ਜੇ ਤੁਸੀਂ ਗੱਲ ਕਰ ਰਹੇ ਹੋ ਆਉਣ ਵਾਲੀਆਂ ਇਲੈਕਸ਼ਨਾਂ ਦੀ, ਗੁਜਰਾਤ ਦੇ ਲੋਕਾਂ ਨੇ ਦੇਖ ਲਿਆ। ਬਿਆਨ ਦੇਣ ਤੋਂ ਬਾਅਦ ਇਹ ਤਾਂ ਨਹੀਂ ਕਹਿੰਦਾ ਕਿ ਇਹ ਤਾਂ ਚੁਣਾਵੀ ਜੁਮਲਾ ਸੀ। ਵਿਕਲਪ ਬੰਨਾ ਪੂਰੀ ਹੋਏਗੀ। ਮੈਂ ਸਿਰਫ ਇੱਕੋ ਬੇਨਤੀ ਕਰਨਾ ਚਾਹੂੰਗਾ ਕਿ ਮੇਰਾ ਸਵਾਲ ਫਿਰ ਵਿਚਾਲੇ ਰਹਿ ਜਾਂਦਾ, ਤੁਸੀਂ ਆਪਸ ਵਿੱਚ ਉਲਝ ਜਾਂਦੇ ਆ। ਮੈਨੂੰ ਤੁਸੀਂ ਕੀ ਇਸ ਗੱਲ ਦਾ, ਸਾਨੂੰ ਸਾਡੇ ਦਰਸ਼ਕ ਦੇਖ ਰਹੇ ਨੇ, ਉਹ ਇਹ ਜਾਣਨਾ ਚਾਹੁੰਦੇ ਨੇ, ਦਰਸ਼ਕ ਬਹੁਤ ਜਿਗਿਆਸਾ ਨਾਲ ਦੇਖ ਰਹੇ ਨੇ ਕਿ ਕੀ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਵਾਲੇ ਨੂੰ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਕਾਂਗਰਸ ਦੀ ਜਿਹੜੀ ਜਗ੍ਹਾ ਹੈ, ਜਿਹੜੀ ਕਹਿ ਸਕਦਾ ਵਿਰੋਧੀ ਧਿਰ ਵਜੋਂ ਕਾਂਗਰਸ ਇੰਨੇ ਸਾਲਾਂ ਤੋਂ ਹੈ ਬੀਜੇਪੀ ਦੇ, ਤੇ ਕੀ ਆਮ ਆਦਮੀ ਪਾਰਟੀ ਸਟੈਂਡ ਕਰ ਸਕਦੀ ਹੈ? ਸਿਰਫ ਇਹ ਸਵਾਲ। ਬਿਲਕੁਲ ਮੈਂ ਇਸ ਗੱਲ ਦਾ ਜਵਾਬ ਮੈਂ ਦੇਣਾ ਚਾਹੂੰਗਾ ਕਿ ਤੁਸੀਂ ਬਾਰ-ਬਾਰ, ਮੈਨੂੰ ਪਤਾ ਨਹੀਂ ਲੱਗਦਾ ਕਿਉਂ ਕਹਿੰਦੇ ਹੋ ਕਿ ਕਾਂਗਰਸ ਦੀ ਜਗ੍ਹਾ, ਕਾਂਗਰਸ ਦੀ ਜਗ੍ਹਾ, ਕਾਂਗਰਸ ਦੀ ਜਗ੍ਹਾ। ਆਮ ਆਦਮੀ ਪਾਰਟੀ ਦੀ ਇੱਕ ਆਪਣੀ ਵੱਖਰੀ ਜਗ੍ਹਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ, ਜੋ ਲੋਕਾਂ ਨੇ ਦਿਖਾ ਦਿੱਤਾ। ਤੁਸੀਂ ਇਸ ਗੱਲ ਦਾ ਦਾਅਵਾ ਕਰਦੇ ਹੋ ਕਿ ਹਾਂ, ਜੇ ਅਗਰ ਕਾਂਗਰਸ ਪਾਰਟੀ ਕੱਲ ਨੂੰ ਆਪਣੇ ਭਾਰ ਨਾਲ ਉਹਦਾ ਬੇੜਾ ਡੁੱਬ ਵੀ ਜਾਂਦਾ ਤੇ ਆਮ ਆਦਮੀ ਪਾਰਟੀ ਖੜੀ ਆ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੈ ਤਾਂ ਮਜ਼ਬੂਤ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੋ। ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਜਗ੍ਹਾ ਹੋਣਗੇ ਵਿਦ 0 MP ਵਿਦ ਫਿਗਰਸ। ਤੁਹਾਡਾ 0 MP ਔਰ ਇੰਨੀ ਵੱਡੀ ਗੱਲ ਕਰ ਰਹੇ ਹੋ, ਲੋਕ ਸਭਾ ਦੀ ਗੱਲ ਕਰ ਰਹੇ ਆ, ਦੇਸ਼ ਦੇ ਨੇਤਰਤਵ ਦੀ ਗੱਲ ਕਰ ਰਹੇ ਆ। ਵਿਦ 0 MP ਯੂ ਕਾਂਟ ਰੂਲ ਦਿਸ ਕੰਟਰੀ। ਤੁਸੀਂ ਦੇਸ਼ ਦੇ ਇਲੈਕਸ਼ਨਸ ਹੋਣਗੇ, ਐਮਪੀ ਇਲੈਕਸ਼ਨਸ ਵੀ ਹੋਣਗੇ, ਉਦੋਂ ਵੀ ਦੇਖਾਂਗੇ ਜ਼ਰੂਰ। ਹੋਏ ਦਿੱਲੀ 'ਚ 2 ਵਾਰ ਹੋਏ, ਦੇਖੋ ਉਹੀ ਗੱਲ ਜੋ ਸਵਾਲ ਹੈ ਮਾਰੀਓ ਗੱਲ, ਕੋਈ ਇਦਾਂ ਦੀ ਗੱਲ ਨਹੀਂ। 2 ਵਾਰ ਚੁਣਾਵ ਹੋਏ। ਬੀਜੇਪੀ ਜਦੋਂ ਪਾਰਟੀ ਬਣੀ ਸੀ ਕਿੰਨੇ ਸਾਲਾਂ ਬਾਅਦ ਸੱਤਾ ਦੇ ਵਿੱਚ ਆਈ ਸੀ। ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਇਲੈਕਸ਼ਨ ਵੀ ਹੋਣਗੇ, ਉਹਦੇ ਵਿੱਚ ਵੀ ਆਪਾਂ ਦੇਖ ਲਾਂਗੇ। ਠੀਕ ਹੈ, ਪੰਜਾਬ ਦੇ ਵੀ ਬਾਰ-ਬਾਰ ਅੰਕੜਿਆਂ ਦੀ ਗੱਲ ਕਰਦੇ ਨੇ, ਮੇਰੇ ਵੱਡੇ ਵੀਰ ਬਾਰ-ਬਾਰ ਅੰਕੜਿਆਂ ਦੀ ਗੱਲ ਕਰਦੇ ਨੇ। ਇਹਨਾਂ ਨੂੰ ਜ਼ਰੂਰ ਪਤਾ ਹੋਏਗਾ, ਬਹੁਤ ਵੱਡੇ ਅਹੁਦੇ ਦੇ ਉੱਤੇ ਨੇ ਬੀਜੇਪੀ ਦੇ। ਜਦੋਂ ਬੀਜੇਪੀ ਪਾਰਟੀ ਬਣੀ ਸੀ ਤੇ ਕਿੰਨੇ ਸਾਲ ਬਾਅਦ ਸੱਤਾ ਦੇ ਵਿੱਚ ਆਈ ਸੀ। ਆਮ ਆਦਮੀ ਪਾਰਟੀ ਕਦੋਂ ਬਣੀ ਸੀ ਤੇ ਕਦੋਂ ਸੱਤਾ ਦੇ ਵਿੱਚ ਕਿੰਨੀਆਂ ਸਟੇਟਾਂ ਦੇ ਵਿੱਚ ਹੈ, ਆਂਕੜੇ ਜ਼ਰੂਰ ਤੁਸੀਂ ਕਹਿੰਦੇ ਹੋ ਕਿ ਉਮੀਦ ਹੈਗੀ ਆਮ ਆਦਮੀ ਪਾਰਟੀ ਤੋਂ। ਦੇਖੋ ਜੀ, ਜਿਸ ਤਰ੍ਹਾਂ ਲੋਕਤੰਤਰ ਨੂੰ ਖਤਰਾ ਨਹੀਂ ਰਹੇਗਾ ਕਾਂਗਰਸ ਪਾਰਟੀ ਇੱਕ ਬਾਅਦ ਜਿਹੜੀਆਂ ਸਟੇਟ ਸਾਡੇ ਕੋਲ ਆ ਰਹੀਆਂ ਨੇ, ਕਦੇ ਪਹਿਲਾਂ ਵਿਰੋਧੀ ਧਿਰ ਆਈ ਹੈ, ਬਾਅਦ ਚੋਂ ਸੱਤਾ ਦੇ ਵਿੱਚ ਆਏ ਆ, ਤੁਹਾਨੂੰ ਸਭ ਨੂੰ ਪਤਾ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ। ਤੇ ਇਸ ਚੀਜ਼ ਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ ਕਿ ਇੱਕ ਸਾਡੇ ਦੇਸ਼ ਨੂੰ ਪੜ੍ਹੇ ਲਿਖੇ ਨੌਜਵਾਨ, ਪੜ੍ਹੇ ਲਿਖੇ ਇਮਾਨਦਾਰ ਜਿਹੜੇ ਨੇਤਾ ਨੇ, ਉਹਦੀ ਬਹੁਤ ਜ਼ਰੂਰਤ ਹੈ ਇਸ ਵੇਲੇ। ਜੀ ਬਿਲਕੁਲ ਮੋਹਿਤ ਜੀ। ਨਹੀਂ, ਮੈਂ ਤਾਂ ਪਹਿਲਾਂ ਹੀ ਫੈਕਟ ਨੂੰ ਡਿਨਾਈ ਕੀਤਾ ਕਿ ਲੋਕਾਂ ਦੇ ਲਈ ਕੰਮ ਕਰਨਾ ਪੈਣਾ। ਗੁੰਮਰਾਹ ਕਰਨ ਦਾ ਸ਼ਗੂਫਾ 1-2 ਵਾਰੀ ਤਾਂ ਚੱਲ ਜਾਏਗਾ, ਨਹੀਂ ਤਾਂ 8 ਸਾਲ ਹੋ ਗਏ। ਸੰਧੂ ਜੀ, ਜੋ ਟਿੱਪਣੀ ਦਾ ਪ੍ਰੋਗਰਾਮ ਕਰੀਏ ਖਤਮ। ਸਭ ਨੂੰ ਪਤਾ ਜੀ 15 ਲੱਖ ਰੁਪਏ ਮੈਨੂੰ ਤਾਂ ਮਿਲਿਆ ਨਹੀਂ ਸੰਧੂ ਸਾਡੇ ਸਾਡੀ ਗੱਲ ਮੈਨੂੰ ਲੱਗਦਾ ਥੋੜੀ ਸਪਸ਼ਟ ਨਹੀਂ ਸ਼ਾਇਦ ਹੋ ਪਾਈ, ਕਿਉਂਕਿ ਕਾਂਗਰਸ ਪਾਰਟੀ ਦਾ ਇਸ ਵੇਲੇ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਹੈ ਕਿ ਭਾਈ ਇਹਨਾਂ ਉੱਤੇ ਈਡੀ ਦੀ ਰੇਡ ਨਾ ਕਰਾਓ। ਜੇ ਇਹਨਾਂ ਤੇ ਕੋਈ ਇਲਜ਼ਾਮ ਵੀ ਹੈਗਾ ਉਹਨੂੰ ਢਕਿਆ ਰਹਿਣ ਦਿਓ, ਕਿਉਂਕਿ ਸਭ ਤੋਂ ਵੱਡੀ ਪਾਰਟੀ ਹੈ
ਅਗਰ ਇਸ ਪਾਰਟੀ ਨੂੰ ਢਾਹ ਲੱਗਦੀ ਹੈ ਤਾਂ ਲੋਕਤੰਤਰ ਖਤਰੇ 'ਚ ਪੈ ਜਾਏਗਾ। ਸਾਡਾ ਤਾਂ ਦਰਸ਼ਕਾਂ ਦਾ ਸਵਾਲ ਸੀ ਕਿ ਕਾਂਗਰਸ ਦੀ ਤਾਂ ਗੱਲ ਇਹ ਹੈ ਕਿ ਕਾਂਗਰਸ ਤਾਂ ਆਲਮੋਸਟ ਖਤਮ ਹੈ, ਕਿ ਜੇ ਬਾਕੀ ਗੱਲ ਰਹਿੰਦੀ ਹੈ ਕਾਂਗਰਸ ਦੇ ਬੰਦਿਆਂ ਦੀ, ਤਾਂ ਜਦੋਂ ਵੀ ਈਡੀ ਦਾ ਡਰ ਦੇ ਕੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਜੁਆਇਨ ਕਰਵਾ ਲਿਆ ਜਾਂਦਾ। ਪਹਿਲਾਂ 4.5 ਸਾਲ ਤੇ ਕੈਪਟਨ ਫਿਰ ਸਾਹਿਬ ਤੁਸੀਂ ਗਾਲਾਂ ਕਹਿੰਦੇ ਕੱਢਦੇ ਵਿਰੋਧੀ ਰਹੇ, ਧਿਰ ਬਿਲਕੁਲ ਖਤਮ ਹੋ ਜਾਏਗੀ, ਕੱਲ ਨੂੰ ਆਮ 4.5 ਆਦਮੀ ਸਾਲ ਪਾਰਟੀ ਕੈਪਟਨ ਹੈ, ਸਾਹਿਬ ਗਾਲਾਂ ਕੱਢਦੇ ਰਹੇ, ਆਮ ਉਹਨਾਂ ਨੇ ਆਦਮੀ ਕੈਪਟਨ ਪਾਰਟੀ ਸਾਹਿਬ ਦੇ ਆਪਣੇ ਨਾਲ ਬਿਠਾ ਲਿਆ। ਇੱਕ ਮਿੰਟ ਜੀ, ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵੀ ਕੱਲ ਨੂੰ ਅਗਰ ਕਿਸੇ ਭ੍ਰਿਸ਼ਟਾਚਾਰ ਤੇ ਈਡੀ ਦੀ ਰੇਡ ਹੁੰਦੀ ਹੈ, ਤੁਸੀਂ ਕੀ ਸਮਝਦੇ ਹੋ ਸਾਰੇ ਬੀਜੇਪੀ ਸ਼ਾਮਲ ਹੋ ਜਾਣਗੇ, ਉਹ ਲੋਕਤੰਤਰ ਖਤਮ ਹੋ ਜਾਏਗਾ, ਇਹ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਬਿਲਕੁਲ ਉਹ ਤਾਂ ਦਿਖਦਾ ਹੀ ਪਿਆ ਹੈ। ਜੇ ਲੱਗਦਾ ਹੈ ਕਿ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਭ੍ਰਿਸ਼ਟਾਚਾਰ ਦੇ ਵਿੱਚ ਆ ਔਰ ਮੈਨੂੰ ਕੌਣ ਬਚਾ ਸਕਦਾ, ਈਡੀ ਦੀ ਰੇਡ ਪੈਂਦੀ ਤੇ ਮੈਨੂੰ ਕੌਣ ਬਚਾ ਸਕਦਾ, ਤੇ ਉਧਰ ਨੂੰ ਭੱਜਦਾ ਹੈ। ਸਾਫ਼ ਦਿਖਦਾ ਪਿਆ ਲੋਕਾਂ ਨੂੰ, ਇਹਦੇ ਵਿੱਚ ਕੋਈ ਡਿਨਾਈ ਕਰਨ ਵਾਲੀ ਤੁਹਾਨੂੰ ਜ਼ਰੂਰਤ ਪਾਰਟੀ ਨਹੀਂ। ਇਹਦਾ ਮਕਸਦ ਇਹ ਹੋਇਆ ਕਿ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਕਾਂਗਰਸ ਪਾਰਟੀ ਲਿਪਤ ਹੈ, ਆਮ ਆਦਮੀ ਪਾਰਟੀ ਵੀ ਉਸ ਤੋਂ ਅਛੂਤੀ ਨਹੀਂ ਹੈ। ਉਮੀਦ ਇਹ ਕੀਤੀ ਜਾ ਸਕਦੀ ਹੈ ਕਿ ਜਿਹੜੇ 33 ਲੱਖ FIR ਦਰਜ ਹੋ ਚੁੱਕੀਆਂ ਨੇ ਪੂਰੇ ਭਾਰਤ ਦੇਸ਼ ਦੇ ਵਿੱਚ, ਉਹ ਜੋ ਸਿਰਫ ਹਲੇ 2100 ਤੋਂ ਵੀ ਘੱਟ ਨੇ ਕੇਸ ਜਿਨ੍ਹਾਂ ਦੀ ਈਡੀ ਜਿਹੜੀ ਜਾਂਚ ਕਰ ਰਹੀ ਹੈ, ਔਰ ਅਰਬਾਂ ਰੁਪਏ ਜਿਹੜੇ ਆ ਇੱਕ ਸਮਾਨਾਂਤਰ ਜਿਹੜੀ ਹੈ ਅਰਥ ਵਿਵਸਥਾ ਉਹ 2 ਨੰਬਰ ਦੀ ਜਿਹੜੀ ਚੱਲ ਰਹੀ ਆ, ਹਲੇ ਵੀ ਕਰੋੜਾਂ ਰੁਪਏ ਮਿਲ ਰਹੇ ਨੇ ਲੀਡਰਾਂ ਦੇ ਘਰਾਂ ਚੋਂ। ਇਹਦਾ ਮਤਲਬ ਅਸੀਂ ਉਮੀਦ ਕਰ ਸਕਦੇ ਹਾਂ ਕਿ ਨਵੀਂ ਧਿਰ ਹਲੇ ਜਿਹੜਾ ਉਭਾਰ ਹੈ, ਅਰਵਿੰਦ ਕੇਜਰੀਵਾਲ ਵੀ ਨਵੀਂ ਲੀਡਰਸ਼ਿਪ ਦੇ ਸਮਰੱਥ ਨਹੀਂ, ਕਿਉਂਕਿ ਮਮਤਾ ਜਿਹੜੀ ਆ ਹੁਣ ਤੱਕ ਪੱਛਮੀ ਬੰਗਾਲ ਤੋਂ ਬਹੁਤ ਜ਼ੋਰ ਲਗਾ ਰਹੀ ਸੀ। ਮੈਂ ਇਸ ਗੱਲ ਨੂੰ ਜ਼ਰੂਰ ਕੱਟਣਾ ਚਾਹੂੰਗਾ ਕਿ ਸਮਰੱਥ ਨਹੀਂ ਹੈ, ਏਦਾਂ ਨਹੀਂ ਹੋ ਸਕਦਾ। ਕਿਉਂਕਿ ਜੇ ਵਿਜੇਂਦਰ ਸਿੰਗਲਾ ਜੀ ਦੀ ਗੱਲ ਕੀਤੀ ਜਾਵੇ, ਜੇ ਆਪਣੇ ਮੰਤਰੀ ਸਿਹਤ ਮੰਤਰੀ ਨੂੰ ਕੋਈ ਅਰੈਸਟ ਕਰਵਾ ਸਕਦਾ ਹੈ, ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਕੋਰਟ ਦਾ ਇੰਨਾ ਵਿਸ਼ਾ ਕਾਫੀ ਹੈ ਅਦਾਲਤ ਜੋ ਫੈਸਲਾ ਮਜ਼ਬੂਤ ਲੈਂਦੀ ਹੈ ਵਿਰੋਧੀ ਉਹ ਧਿਰ ਸਾਨੂੰ ਹੋਣ ਮਨਜ਼ੂਰ ਹੈ। ਵਾਸਤੇ ਇੱਕ ਮੰਤਰੀ ਨੂੰ ਜਾਂ ਦੂਜਾ ਮੰਤਰੀ ਜਿਹੜਾ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਚਲੋ ਇਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਹੋਈ, ਕਿ ਇੰਨਾ ਕਾਫੀ ਹੈ। ਅਸੀਂ ਇਹ ਮੰਨ ਕੇ ਚੱਲਦੇ ਕਿ ਠੀਕ ਹੈ ਜੀ, ਬਹੁਤ ਵੱਡੀ ਪ੍ਰਾਪਤੀ ਹੈ, ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦਾ ਛੋਟਾ ਜਿਹਾ ਇਲਜ਼ਾਮ ਲੱਗਣ ਦੇ ਬਿਨਾਂ ਸਬੂਤਾਂ ਤੋਂ ਵੀ ਉਹਨਾਂ ਨੇ ਅਰੈਸਟ ਕਰਾਤਾ। ਕੀ ਬਿਨਾਂ ਸਬੂਤਾਂ ਤੋਂ ਨਹੀਂ ਜੀ, ਅਸੀਂ ਬਿਨਾਂ ਕਾਫੀ ਮੰਨ ਸਬੂਤਾਂ ਲਈਏ? ਤੋਂ ਨਹੀਂ, ਉਹਨਾਂ ਦੇ ਪ੍ਰੋਪਰ ਕੀ ਸਬੂਤ ਅਸੀਂ ਸਨ, ਇਸੇ ਕੀ ਕਰਕੇ ਅਸੀਂ ਉਹਨਾਂ ਇਹਨੂੰ ਨੂੰ ਕਾਫੀ ਅਰੈਸਟ ਮੰਨ ਕੀਤਾ। ਲਈਏ? ਲੋਕਤੰਤਰ ਦੀ ਮਜ਼ਬੂਤੀ ਵਾਸਤੇ, ਦਾਅਵੇਦਾਰੀ ਲਈ ਇਸ ਇੱਕ ਫੈਕਟਰ ਨੂੰ ਬਹੁਤ ਮਜ਼ਬੂਤ ਮੰਨ ਲਈਏ, ਜਾਂ ਹੋਰ ਵੀ ਚੀਜ਼ਾਂ ਚਾਹੀਦੀਆਂ ਨੇ? ਲੋਕਤੰਤਰ ਬਹੁਤ ਪਾਰਟੀ ਕੁਝ ਦੇ ਵਿੱਚ ਹੋਣਾ ਕਿੰਨਾ ਬਾਕੀ ਕੁ ਹੈ ਹੈ? ਜੀ, ਹਜੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ, ਅਜੇ ਤਾਂ ਸ਼ੁਰੂਆਤ ਹੋਈ ਹੈ, ਕਿਤਾਬ ਬਹੁਤ ਵੱਡੀ ਹੈ, ਇਹ ਤਾਂ ਪਹਿਲਾ ਪੰਨਾ ਵੀ ਨਹੀਂ ਖੁੱਲਿਆ। ਅੱਛਾ ਤਰਨਪਾਲ ਜੀ, ਇੱਕ ਸਵਾਲ ਦਾ ਜਾਂਦਾ ਜਵਾਬ ਹੋਰ ਦਿਓ, ਕੀ ਅਰਵਿੰਦ ਕੇਜਰੀਵਾਲ ਹੀ ਕਾਫੀ ਨੇ ਐਜ਼ ਅ ਵਿਰੋਧੀ ਪਾਰਟੀ ਲੀਡ ਕਰਨ ਦੇ ਲਈ? ਨਹੀਂ, ਏਦਾਂ ਨਹੀਂ ਹੁੰਦਾ ਕਦੇ ਵੀ। ਦੇਖੋ, ਹਰ ਪਾਰਟੀ ਦਾ ਇੱਕ ਸੁਪਰੀਮੋ ਜ਼ਰੂਰ ਹੁੰਦਾ। ਜੇ ਬੀਜੇਪੀ ਦੀ ਗੱਲ ਕਰਦੇ ਆ ਤਾਂ ਉਹਨਾਂ ਕੋਲ ਵੀ ਇੱਕ ਚਿਹਰਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੈ। ਕਾਂਗਰਸ ਦੀ ਗੱਲ ਕਰਦੇ ਆ, ਚਲੋ ਉਹਨਾਂ ਦੇ ਕੋਲ ਤਾਂ ਇੱਕੋ ਪਰਿਵਾਰ ਦਾ ਚਿਹਰਾ, ਜਿਹੜਾ ਗਾਂਧੀ ਪਰਿਵਾਰ ਦਾ ਕੋਈ ਨਾ ਕੋਈ ਚਿਹਰਾ, ਚਲੋ ਇੱਕ ਗੱਲ ਦਾ ਹੋਰ ਜਵਾਬ ਦਿਓ ਮੈਨੂੰ। ਉਸੇ ਇੱਕ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਇੱਕ ਸੁਪਰੀਮੋ ਚਿਹਰਾ ਹੈ। ਸਵਾਲ ਹੋਰ ਹੈ, ਮੈਂ ਬੜੀ ਦੇਰ ਦਾ ਤੁਹਾਨੂੰ ਪੁੱਛਣਾ ਚਾਹਨੀ ਆ। 3 ਮਹੀਨੇ ਹੋਏ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ, ਰਾਈਟ ਜੀ? 3 ਮਹੀਨਿਆਂ ਦੇ ਅੰਦਰ ਗੁਜਰਾਤ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਜੀ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਸਾਰਾ ਕਰਪਸ਼ਨ ਖਤਮ ਕਰ ਦਿੱਤਾ। ਤੁਸੀਂ ਇਹਨੂੰ ਸੱਚ ਮੰਨਦੇ ਹੋ ਕਿ ਇਦਾਂ ਹੋ ਸਕਦਾ? ਦੇਖੋ, 100% ਤਾਂ ਨਹੀਂ ਕਦੀ ਹੋ ਸਕਦਾ, ਪਰ ਅੱਜ ਪਰ ਵੀ ਫਿਰ ਤੁਸੀਂ ਉਹ ਕਹਿੰਦੇ ਤਹਿਸੀਲਾਂ ਦੇ ਨੇ ਵਿੱਚ ਜਾਓ, ਸਾਰਾ ਕਰ ਦਿੱਤਾ। ਤਹਿਸੀਲਾਂ ਦੇ ਵਿੱਚ ਚਲੇ ਜਾਓ, ਜਿੱਥੇ ਰੋਜ਼ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਰਪਸ਼ਨ ਹੁੰਦੀ ਸੀ, ਤੇ ਅੱਜ ਉੱਥੇ ਤਹਿਸੀਲਦਾਰ 1 ਰੁਪਈਆ ਲੈਣ ਨੂੰ ਤਿਆਰ ਨਹੀਂ ਹੈ ਰਜਿਸਟਰੀ ਕਰਨ ਲਈ। ਬਹੁਤ ਸਾਰੇ ਮਹਿਕਮੇ ਇਦਾਂ ਦੇ ਨੇ ਜਿੱਥੇ ਕਰਪਸ਼ਨ ਹੁੰਦੀ ਸੀ, ਜਦੋਂ ਤਹਿਸੀਲਦਾਰਾਂ ਨੂੰ ਫੜਿਆ ਗਿਆ ਤੇ ਉਹ ਧਰਨੇ ਦੇ ਉੱਤੇ ਆ ਕੇ ਬੈਠ ਗਏ। ਜਦੋਂ ਸਰਕਾਰੀ ਮੁਲਾਜ਼ਮ ਜਿਹੜੇ ਸੀ, ਸਿੱਖਿਆ ਵਿਭਾਗ ਦੇ ਤੇ ਦੂਸਰੇ ਮੁਲਾਜ਼ਮ ਸੀਗੇ ਮੈਡੀਕਲ ਵਿਭਾਗ ਦੇ, ਜਦੋਂ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਤਾਂ ਕਈ ਜਿਹੜੇ ਡਾਕਟਰ ਸੀਗੇ ਉਹ ਕਹਿੰਦੇ ਜੀ ਸਾਡੇ ਕੋਲੋਂ ਨਹੀਂ ਇਸ ਮਾਹੌਲ ਦੇ ਵਿੱਚ ਕੰਮਕਾਰ ਹੋਣਾ, ਕਿਉਂਕਿ ਉਹ ਗਿੱਝ ਚੁੱਕੇ ਸੀ ਰਿਸ਼ਵਤਖੋਰੀ ਦੇ ਵਿੱਚ। ਪਰ ਹੁਣ ਉਹਨਾਂ ਨੂੰ ਰਿਸ਼ਵਤਖੋਰੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਇਸ ਕਰਕੇ ਉਹ ਲੋਕ ਧਰਨਿਆਂ ਦੇ ਉੱਤੇ ਜਾ ਕੇ ਬੈਠ ਗਏ। ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ, ਕਿੱਥੋਂ ਕਿੱਥੋਂ ਦਈਏ। ਹਰ ਜਿਹੜਾ ਵੀ ਕੋਈ ਅਫਸਰ ਫੜਿਆ ਜਾਂਦਾ ਹੈ, ਉਸ ਮਹਿਕਮੇ ਦਾ ਤੇ ਖੁਦ ਧਰਮਸੋਤ ਜੀ ਨੂੰ ਅਰੈਸਟ ਕੀਤਾ ਜਾਂਦਾ ਹੈ, ਤੇ ਖੁਦ ਉਹਨਾਂ ਦੇ ਹੱਕ ਦੇ ਵਿੱਚ ਇੱਕ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਬੰਦਾ ਫੜਿਆ ਗਿਆ, ਸਬੂਤ ਪੇਸ਼ ਹੋ ਚੁੱਕੇ, ਸਾਬਤ ਹੋ ਚੁੱਕਾ ਕਿ ਉਹਨਾਂ ਨੇ 500 ਰੁਪਇਆ ਪਾਇਆ, ਫਿਰ ਵੀ ਉਹਨਾਂ ਦੇ ਹੱਕ ਦੇ ਵਿੱਚ ਧਰਨਾ ਦਿੰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਕੀ ਇਹ ਲੋਕਤੰਤਰ ਹੈ? ਦੱਸੋ। ਆਪਾਂ ਲੋਕਤੰਤਰ ਦੀ ਗੱਲ ਕਰ ਰਹੇ ਹਾਂ ਨਾ। ਲੋਕਤੰਤਰ ਦੇ ਵਿੱਚ ਜੇ ਤੁਹਾਡੀ ਪਾਰਟੀ ਦੇ ਵਿੱਚ, ਮੈਂ ਬੀਜੇਪੀ ਦੀ ਵੀ ਗੱਲ ਕਰਦਾ, ਆਮ ਆਦਮੀ ਪਾਰਟੀ ਦੀ ਵੀ ਗੱਲ ਕਰਨ ਵਾਲਾ ਚਾਹੇ ਮੈਂ ਹੀ ਹੋਵਾਂ, ਕਰਪਸ਼ਨ ਕਰਨ ਵਾਲਾ ਬੰਦਾ ਹੈ, ਉਹਨੂੰ ਸ਼ੈਲਟਰ ਕੀਤੀ ਜਾਂਦੀ ਹੈ, ਤੇ ਕੀ ਇਹ ਲੋਕਤੰਤਰ ਲਈ ਠੀਕ ਹੈ? ਤੇ ਜੇ ਆਮ ਆਦਮੀ ਪਾਰਟੀ ਉਹਨੂੰ ਸ਼ੈਲਟਰ ਨਹੀਂ ਦਿੰਦੀ ਤੇ ਵਿਰੋਧੀਆਂ ਨੂੰ ਕਿਉਂ ਇਹਦੇ ਵਿੱਚ ਦੁੱਖ ਲੱਗਦਾ?
ਅਸੀਂ ਨਹੀਂ ਸ਼ੈਲਟਰ ਦੇਣੀ। ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕੋ ਗੱਲ ਕਹਿ ਕੇ ਇਲੈਕਸ਼ਨ ਲੜੇ ਸੀ, ਲੋਕਾਂ ਦੇ ਵਿੱਚ ਆਏ ਸੀ ਕਿ ਅਸੀਂ ਇਮਾਨਦਾਰ ਸਰਕਾਰ, ਇਮਾਨਦਾਰ ਮਾਡਲ ਜ਼ਰੂਰ ਦੇਣਾ, ਔਰ ਉਹ ਦਿਖ ਰਿਹਾ ਲੋਕਾਂ ਨੂੰ ਇਸ ਵੇਲੇ। ਜੀ ਬਿਲकुल ਮੈਂ ਸਿਰਫ 1 ਮਿੰਟ ਲਵਾਂਗਾ ਜੀ ਅੰਤ ਦੇ ਵਿੱਚ, ਅਗਰ ਇਜਾਜ਼ਤ ਹੋਵੇ ਤਾਂ। ਸਵਾਲ ਸ਼ੁਰੂ ਇਸ ਡਿਬੇਟ ਇੱਥੋਂ ਹੋਈ ਸੀ, ਡਿਬੇਟ ਕਿ ਲੋਕਤੰਤਰ तो मैं तुसी बार-बार बीजेपी ते सवाल चुक्या, मैं तुहानू नसीहत देनी चाहना, फिर विद एग्जांपल देनी चाहना कि लोकतंत्र किहनू कहंदे ने, जिथे लोकतांत्रिक व्यवस्था होवे, हरेक दी गल सुनी जावे। तुहाडे मैं 20 नाम गिनाते ਜਿਹੜੇ ਤੁਸੀਂ ਪਾਰਟੀ ਚੋਂ ਕੱਢ ਦਿੱਤੇ। देखो भारतीय जनता पार्टी ਜਦੋਂ ਤੁਹਾਡੀ ਪਾਰਟੀ ਬਣੀ, ਆਪਾਂ ਉਦੋਂ ਤੋਂ ਕੰਪੈਰੀਜ਼ਨ ਕਰ ਲੈਂਦੇ ਆ। 2014 ਤੋਂ ਲੈ ਕੇ 22 ਤੱਕ ਦਾ ਸੈਂਟਰ ਦਾ ਕੰਪੈਰੀਜ਼ਨ, ਤੁਹਾਨੂੰ 10 ਸਾਲ ਹੋ ਗਏ ਬਣਿਆ ਨੂੰ, 10-12 ਸਾਲ ਆਈ ਥਿੰਕ ਹੋ ਗਏ ਨੇ। ਇੱਕੋ ਵਿਅਕਤੀ ਤੁਹਾਡੀ ਪਾਰਟੀ ਦਾ ਹੈਡ ਹੈ। ਤੁਸੀਂ ਕਾਂਗਰਸ ਤੋਂ ਕਿਵੇਂ ਵੱਖਰੇ ਹੋ? ਤੁਸੀਂ ਕਾਂਗਰਸ ਦਾ ਵਿਕਲਪ ਕਿਵੇਂ ਤੁਸੀਂ ਓਪੋਜੀਸ਼ਨ ਬਣਨ ਦੀ ਗੱਲ ਕਰਦੇ ਹੋ ਦੇਸ਼ ਦੇ ਵਿੱਚ, ਤੁਸੀਂ ਆਮ ਆਦਮੀ ਪਾਰਟੀ ਕਾਂਗਰਸ ਤੋਂ ਕਿਵੇਂ ਵੱਖਰੀ ਹੈ? ਮੇਰਾ ਸਵਾਲ ਹੈ। ਇੱਕੋ ਵਿਅਕਤੀ ਪਾਰਟੀ ਨੂੰ, ਸਾਡੇ ਕੋਲ ਤਾਂ ਦੂਸਰੀ ਸਟੇਟ ਹੀ ਹੋਣਾ ਹੀ ਹੈ ਮੋਹਿਤ ਜੀ। ਇੱਕੋ ਪਾਰਟੀ ਦਾ ਸੁਪਰੀਮੋ ਇੱਕੋ ਵਿਅਕਤੀ ਹੈ। ਤਾਂ ਭਾਰਤੀ ਜਨਤਾ ਪਾਰਟੀ ਨੇ ਕੰਪੇਅਰ ਕਰਕੇ ਤਾਂ ਦੇਖੋ, ਹੁਣ ਇਸ ਵੇਲੇ ਜੇਪੀ ਨੱਡਾ ਜੀ ਨੇ, ਉਹਨਾਂ ਤੋਂ ਪਹਿਲਾਂ ਅਮਿਤ ਸ਼ਾਹ ਜੀ ਸੀ, ਉਸ ਤੋਂ ਪਹਿਲਾਂ ਰਾਜਨਾਥ ਜੀ ਸੀਗੇ, ਫਿਰ ਗਡਕਰੀ ਸਾਹਿਬ ਨੇ, ਆਰਐਸਐਸ ਤੋਂ ਮੋਹਨ ਭਾਗਵਤ ਜੀ, ਜੋ ਉਹਨਾਂ ਦਾ ਆਦੇਸ਼ ਆ ਜਾਂਦਾ ਹੈ ਉਸ ਤੋਂ ਬਾਅਦ ਕੋਈ ਕੁਝ ਨਹੀਂ ਕਰ ਸਕਦਾ। ਮੋਹਨ ਭਾਗਵਤ ਜੀ ਤੋਂ ਪਹਿਲਾਂ ਵੀ ਹੈਡ ਚੇਂਜ ਹੋਏ ਨੇ, ਤੁਸੀਂ ਆਪਣਾ ਹੈਡ ਕਦੋਂ ਚੇਂਜ ਕਰੋਗੇ? ਕਿਆ ਐਸੀ ਪੋਸਿਬਿਲਿਟੀ ਨੀਅਰ ਭਵਿੱਖ ਦੇ ਵਿੱਚ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਗ੍ਹਾ ਕੋਈ ਹੋਰ ਵਿਅਕਤੀ ਸੁਪਰੀਮੋ ਬਣ ਸਕਦਾ ਹੈ? ਨਹੀਂ ਹੈ। ਲੋਕਤੰਤਰ ਤੇ ਬਹੁਤ ਬੜਾ ਸਵਾਲ ਹੈ। ਲੋਕਤੰਤਰ ਦੀ ਗੱਲ ਕਰਨ ਵਾਲੇ ਆਪਣੀ ਪਾਰਟੀ ਨੂੰ ਆਪਣੇ ਘਰ ਦੇ ਅੰਦਰੋਂ ਚਲਾਉਂਦੇ ਨੇ, ਆਪਣੇ ਸਿਸਟਮ ਨਾਲ ਚਲਾਉਂਦੇ ਨੇ, ਗੱਲ ਲੋਕਤੰਤਰ ਦੀ ਕਰਦੇ ਨੇ। ਮੇਰਾ ਮੈਂ ਸੌਖਾ ਕਰ ਦੇਣਾ ਸਵਾਲ ਸੀ ਕਿ ਅਰਵਿੰਦ ਕੇਜਰੀਵਾਲ ਜੀ ਦੀ ਵਾਈਫ ਇੱਥੇ ਸੀਐਮ ਬਣ ਰਹੀ ਹੈ, ਉਹ ਇਲੈਕਸ਼ਨ ਲੜ ਰਹੀ ਹੈ, ਉਹ ਸਾਰਾ ਕੁਝ ਝੂਠਾ ਇੱਕੋ ਵਿਅਕਤੀ ਸੁਪਰੀਮੋ ਹੈ, ਉਹੀ ਰਹੇਗਾ। ਲੋਕਤੰਤਰ ਜ਼ਰੂਰੀ ਨਹੀਂ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ। ਜੋ ਕੈਪੇਬਲ ਹੈ ਇਸ ਕਰਕੇ ਉਹ ਸੁਪਰੀਮੋ ਵੀ ਹੈ। ਧੰਨਵਾਦ ਜੀ, ਬਹੁਤ ਅੱਛਾ। ਜਾਂਦੇ ਜਾਂਦੇ ਬਸ ਇੱਕ ਚੀਜ਼ ਦੱਸ ਦਿਓ, ਕਿਉਂਕਿ ਲੋਕਤੰਤਰ ਜਿਹੜਾ ਕਹਿੰਦੇ, ਲੋਕਤੰਤਰ ਦੀ ਮਜ਼ਬੂਤੀ ਵਾਸਤੇ ਜਿਹੜੀਆਂ ਪਾਰਟੀਆਂ ਉਹਨਾਂ ਦੇ ਅੰਦਰ ਵੀ ਲੋਕਤੰਤਰ ਹੋਣਾ ਚਾਹੀਦਾ। ਵੱਖ-ਵੱਖ ਪਾਰਟੀਆਂ ਦੇ ਲੋਕਤੰਤਰ ਨੂੰ ਕਿਵੇਂ ਦੇਖਦੇ ਆ? ਦੋਨੇ ਜਿਹੜੇ ਬੁਲਾਰੇ ਨੇ ਅੱਧੇ ਮਿੰਟ 'ਚ ਗੱਲ ਕਰਨਗੇ। ਪਹਿਲਾਂ ਮੋਹਿਤ ਜੀ ਤੁਸੀਂ ਗੱਲ ਕਰੋ ਜੀ, ਫਿਰ ਤਰਨਪਾਲ ਜੀ ਤੋਂ ਲੈਣੇ ਟਿੱਪਣੀ। ਲੋਕਤੰਤਰ ਦੀ ਗੱਲ ਕਰਨਾ ਬੜਾ ਸੌਖਾ, ਐਗਜ਼ਾਮਪਲ ਤਾਂ ਬਣ ਕੇ ਦਈਏ। ਮੈਂ ਹੁਣੇ ਬੜਾ ਗੰਭੀਰ ਪ੍ਰਸ਼ਨ ਉਠਾਇਆ, ਉਹਨੂੰ ਸੁਣਨ ਦੀ ਬਜਾਏ, ਉਹਦੇ ਤੇ ਵਰਕਆਊਟ ਕਰਨ ਦੀ ਬਜਾਏ ਉਹਨੂੰ ਇਗਨੋਰ ਕਰ ਰਹੇ ਨੇ, ਕਿਉਂਕਿ ਮਾਨਯ ਸੁਪਰੀਮੋ ਦੇ ਉੱਤੇ ਗੱਲ ਆਈ ਹੈ। ਭਈਆ ਲੋਕਤੰਤਰ ਬਾਅਦ ਚ ਉਦੋਂ ਨਜ਼ਰ ਆਏਗਾ, ਪਹਿਲਾਂ ਅੰਦਰੂਨੀ ਲੋਕਤੰਤਰ ਤਾਂ ਸਥਾਪਿਤ ਕਰੋ। ਇੱਕ ਵਿਅਕਤੀ ਜਿਹੜਾ ਉਹਨੂੰ ਅੱਖਾਂ ਦਿਖਾਉਂਦਾ ਹੈ ਜਾਂ ਕੋਈ ਅੱਛਾ ਸੁਝਾਅ ਲੈ ਕਰਕੇ ਆਉਂਦਾ ਹੈ, ਕੋਈ ਕੈਪੇਬਲ ਵਿਅਕਤੀ। ਪੰਜਾਬ ਚ ਤੁਹਾਡੇ ਤੇ ਸਵਾਲ ਉਠਾਏ ਜਾ ਰਹੇ ਨੇ। कुंवर विजय प्रताप ने जो पार्टी ज्वाइन कराई, तो सुप्रीमो केजरीवाल जी ने कहा कि ईमानदार व्यक्ति लेकर के आया हूं, एडमिनिस्ट्रेटिव व्यक्ति आईपीएस लेकर के आया हूं। क्यों नहीं उन्होंने गृह मंत्री बनाता, कैबिनेट च नहीं लिया? क्योंकि ईमानदार है, कैपेबल है। ਤੁਹਾਡੀ ਨਜ਼ਰ 'ਚ ਅਰਵਿੰਦ ਕੇਜਰੀਵਾਲ ਉਹਨਾਂ ਦੀ ਗੱਲ ਅਗਰ ਛੱਡ ਦਈਏ, ਹੋਰ ਕੋਈ ਸਿਆਸੀ ਪਾਰਟੀ ਐਸੀ ਨਜ਼ਰ ਆ ਰਹੀ ਹੈ ਜਿਹਦੇ ਅੰਦਰ ਤੁਸੀਂ ਸਮਝਦੇ ਕਿ ਲੋਕਤੰਤਰ ਹੈ ਬਹਾਲ? मैं अपनी पार्टी की गल करांगा जी। वाजपेयी जी साहब के परिवार तो कोई राजनीति च नहीं है, अडवाणी जी के परिवार तो कोई राजनीति च नहीं है, ईवन जो साडे अमित शाह जी ने उन्होंने परिवार तो राजनीति च कोई नहीं है, मोदी जी के परिवार तो कोई राजनीति नहीं है। ਬੀਜੇਪੀ ਤੋਂ ਇਲਾਵਾ ਕੋਈ ਹੋਰ ਧਿਰ ਤੁਸੀਂ ਲਾਲੂ ਜੀ ਨਜ਼ਰ ਆ ਰਹੀ ਆ? ਮਾੜੀ ਮੋਟੀ ਉਮੀਦ ਕਿ ਵਿਰੋਧੀ ਧਿਰ ਵਜੋਂ ਇੱਕ ਲੋਕ ਰਾਜੀ ਢੰਗ ਨਾਲ ਵਿਵਸਥਾ ਲੈ ਕੇ ਕੋਈ ਪਾਰਟੀ ਅੱਗੇ ਆ ਸਕਦੀ ਹੈ? ਐਸਾ ਸੰਭਾਵਨਾ ਹੈ? ਮੈਂ 5-7 ਵੱਡੀਆਂ ਪਾਰਟੀਆਂ ਦਾ ਨਾਮ ਲੈ ਦਿੰਦਾ। ਸਮਾਜਵਾਦੀ ਪਾਰਟੀ ਲੈ ਲਓ, ਜੇਡੀਯੂ ਲੈ ਲਓ, ਆਰਜੇਡੀ ਲੈ ਲਓ, ਫਿਰ ਤੁਸੀਂ ਨੈਸ਼ਨਲ ਕਾਨਫਰੰਸ ਲੈ ਲਓ, ਫਿਰ ਤੁਸੀਂ ਟੀਐਮਸੀ ਲੈ ਲਓ, ਫਿਰ ਤੁਸੀਂ ਅਕਾਲੀ ਦਲ ਲੈ ਲਓ। ਇਹ ਸਾਰੀਆਂ ਪਾਰਟੀਆਂ ਪਰਿਵਾਰ ਤੋਂ ਸ਼ੁਰੂ ਹੋ ਕੇ ਪਰਿਵਾਰ ਦੀ ਉਹ ਡਾਈਨਿੰਗ ਟੇਬਲ ਤੇ ਇਹਨਾਂ ਦੀ ਵਿਵਸਥਾ ਖਤਮ ਹੋ ਜਾਂਦੀ ਹੈ। ਇਸ ਕਰਕੇ ਲੋਕਤੰਤਰ ਵਾਸਤੇ ਬੜਾ ਖਤਰਾ ਹੈ। ਜੀ ਬਿਲਕੁਲ। ਤੇ ਕੀ ਆਮ ਆਦਮੀ ਪਾਰਟੀ ਥੋੜਾ ਘੱਟ ਖਤਰਾ ਹੈ ਲੱਗਦਾ? ਉਮੀਦ ਕੋਈ ਮਾੜੀ ਮੋਟੀ? देखो, अगर तो अपनी जो नाकामियां ने, जो लोगों को गुमराह करने वाला मॉडल है, उन्होंने जल्दी बंद कर देंगे तो शायद लोग इन्हों स्वीकार कर लेना। अदरवाइज आने वाले समय च आपां नूं जल्दी नतीजे मिल जाएंगे कि आम आदमी पार्टी तो लोगों का उन्हां दे गुमराह करन दी नीति तो ਅੱਧਾ ਮਿੰਟ ਦੇ ਵਿੱਚ ਤੁਸੀਂ ਆਪਣੀ ਟਿੱਪਣੀ ਦਿਓ। ਤਰਨਪਾਲ ਜੀ ਲੱਗਦਾ ਛੱਡ ਗਏ ਜੀ, ਨੈਟ ਬੰਦ, ਦਿੱਕਤ ਆਈ ਕੋਈ ਟੈਕਨੀਕਲ? ਖੈਰ ਕੋਈ ਗੱਲ ਨਹੀਂ। ਅੱਜ ਅਸੀਂ ਜੁੜੇ ਸੀ, ਸਾਡੇ ਨਾਲ ਦੋ ਬੁਲਾਰੇ, ਬਹੁਤ ਅੱਛੇ ਬੁਲਾਰੇ ਜੁੜੇ ਹੋਏ ਸਨ ਵੱਖੋ-ਵੱਖ ਪਾਰਟੀਆਂ ਦੇ ਨਾਲ। ਉਹਨਾਂ ਨੇ ਦੱਸਿਆ ਕਿ ਲੋਕਤੰਤਰ ਕਿੰਨਾ ਕੁ ਮਜ਼ਬੂਤ ਹੋ ਸਕਦਾ ਔਰ ਕਿੰਨਾ ਕੁ ਖਤਰੇ ਦੇ ਵਿੱਚ ਹੈ। ਸਾਡੇ ਦਰਸ਼ਕ ਸਾਡੇ ਨਾਲ ਲਾਈਵ ਇਸ ਮੰਚ ਦੇ ਜ਼ਰੀਏ ਜੁੜੇ, ਤੁਹਾਡੇ ਕੀ ਵਿਚਾਰ ਨੇ? ਸਾਨੂੰ ਸਾਡੇ ਕਮੈਂਟ ਬਾਕਸ ਦੇ ਜ਼ਰੀਏ ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸ ਸਕਦੇ ਹੋ। ਫਿਲਹਾਲ ਹੁਣ ਸਾਨੂੰ ਦਿਓ ਇਜਾਜ਼ਤ। ਗੁਰਪ੍ਰੀਤ ਸੰਧੂ ਸਰ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਸ਼ੁਕਰੀਆ, ਔਰ ਬਾਕੀ ਜਿਹੜੇ ਸਾਡੇ ਮਹਿਮਾਨ ਸਨ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਨਮਸਕਾਰ। ਧੰਨਵਾਦ।